श्री नानक पद पंकज वंदन पंकज सिमरो अंगद दोख ने अमरदास गुर हृदय नित ध्यानो हृदय नित। श्री गुरु रामदास गुण श्री अर्जन विघ्नन के नासक विघ्नन के। हर गोविंद सोव सुमत पर श्री हर राय नामो कर जोरी नामो कर। श्री हर कृष्ण मनाए तेग बहादुर परम कृपाला जी परम कृपाला। श्री गुरु गोविंद सिंह विसाला तारों तरा पर पुन पुन सीसा जी पुन पुन सीसा। वंदों बार बार जगदीसा जिसमें अमृत ज्ञान है माणक भगत वैराग। श्री गुरु ग्रंथ साहिब उदद बंदों कर अनुराग। एक ओंकार सतगुरु तेह प्रसाद सच होए। वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए। सतनाम श्री वाहिगुरु साहिब जीओ। चौपाई तुमरी करी न हमरे काजू। सुन कर पन्यो गरीब निवाजू। शुष्क अन्न अब हे दिज लीजै। निज कर सो कर अचवन कीजै। वाहिगुरु जी का खालसा वाहिगुरु जी की फतेह। जुगो जुग अटल शब्द गुरु बाणी के बोहित चवर तखत मालिक दसां पातशाहियां जी की जोत साहिब श्री गुरु ग्रंथ साहिब जी दे हजूर सुभाईमान गुरु सवारे गुरु प्यारे खालसा सतसंगी जनों। ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਆਂ ਦੀ ਮੁਬਾਰਕ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਗੁਰ ਇਤਿਹਾਸ ਦੀ ਕਥਾ ਦਾ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਾਵੀ ਦੇ ਕਿਨਾਰੇ ਨਗਰ ਵਸਾਇਆ ਹੈ। ਇਸ ਦੀ ਮਾਲਕੀ ਕਰੋੜੀ ਮੱਲ ਜਿਤਾਉਂਦਾ ਹੈ। ਉਹ ਸਤਿਗੁਰਾਂ ਜੀ ਤੇ ਭਾਵਨਾ ਨਹੀਂ ਰੱਖਦਾ, ਉਹ ਜਾਤ ਬਰਾਦਰੀ ਨਾਲ ਸੰਬੰਧ ਰੱਖਦਾ ਹੈ ਤੇ ਸਤਿਗੁਰਾਂ ਜੀ ਨੂੰ ਉਠਾਲਣ ਵਾਸਤੇ ਤੁਰਿਆ। ਪਹਿਲੀ ਵਾਰੀ ਪੱਗ ਡਿੱਗੀ, ਨਹੀਂ ਮੰਨਿਆ, ਲੱਤ ਤੜਾਈ, ਮੰਨਿਆ ਨਹੀਂ। ਆਖਰਕਾਰ ਜਦੋਂ ਸਤਿਗੁਰਾਂ ਜੀ ਦੇ ਕੋਲ ਆ ਕੇ ਅੰਨਾ ਹੋ ਗਿਆ, ਫਿਰ ਹੁਣ ਸਤਿਗੁਰਾਂ ਜੀ ਦੀ ਵਡਿਆਈ ਸਮਝ ਦੇ ਵਿੱਚ ਆਈ ਕਿ ਸਤਿਗੁਰਾਂ ਜੀ ਨੂੰ ਬੇਨਤੀ ਕੀਤੀ ਵੀ ਆਪ ਕਰੋ ਕਿਰਪਾ, ਧਰਮਸਾਲ ਬਣਾਓ, ਲੰਗਰ ਚਲਾਓ, ਮੈਂ ਤੁਹਾਡੇ ਨਾਲ ਸਹਿਮਤ। ਵਾਪਸ ਚਲਿਆ ਗਿਆ, ਗੁਰੂ ਜੀ ਦਾ ਸਿੱਖ ਬਣ ਗਿਆ। ਹੁਣ ਸਤਿਗੁਰੂ ਜੀ ਕਰਤਾਰਪੁਰ ਨੂੰ ਵਸਾ ਰਹੇ ਨੇ। ਤਾਂ ਇੱਥੇ ਇੱਕ ਸੁਣ ਕੇ ਸਤਿਗੁਰਾਂ ਜੀ ਦੀ ਵਡਿਆਈ ਖੜ ਸ਼ਾਸਤਰੀ ਪੰਡਤ ਆ ਜਾਂਦਾ। ਉਹਨੇ ਆ ਕੇ ਸਤਿਗੁਰਾਂ ਜੀ ਨੂੰ ਵੇਖਿਆ, ਗੁਰੂ ਘਰ ਦੀ ਮਰਿਆਦਾ ਵੇਖੀ, ਉਹਨੂੰ ਇਹ ਗੱਲ ਪਸੰਦ ਨਹੀਂ ਹੈ। ਭੁੱਖ ਲੱਗੀ ਹੋਈ ਹੈ ਪਰ ਲੰਗਰ ਛਕਣ ਨੂੰ ਤਿਆਰ ਨਹੀਂ। ਸਤਿਗੁਰਾਂ ਜੀ ਨੇ ਕਿਹਾ ਵੀ ਲੰਗਰ ਛਕ ਲਓ। ਕਹਿੰਦਾ ਜੀ ਮੈਂ ਇਸ ਤਰ੍ਹਾਂ ਨਹੀਂ ਛਕਦਾ, ਮੈਂ ਪੂਰੇ ਵਿਵੇਕ ਦੇ ਨਾਲ ਆਪਣਾ ਲੰਗਰ ਤਿਆਰ ਕਰਕੇ ਛਕਦਾ, ਮੈਨੂੰ ਇਹ ਤੁਹਾਡਾ ਲੰਗਰ ਪਸੰਦ ਨਹੀਂ। ਜਿੱਥੇ ਚਾਰੇ ਵਰਨਾਂ ਦੇ ਲੋਕ ਬਣਾਈ ਜਾਂਦੇ ਆ, ਖਾਈ ਜਾਂਦੇ ਆ, ਮੇਰਾ ਸ਼ਾਸਤਰ ਇਸ ਗੱਲ ਨੂੰ ਮੰਨਦਾ ਨਹੀਂ। ਸੁਣ ਕੇ ਸਤਿਗੁਰੂ ਜੀ ਜਵਾਬ ਦੇਣ ਲੱਗੇ ਨੇ। ਇਥੋਂ ਕਥਾ ਦੀ ਰਮਤਾ ਹੁੰਦੀ ਹੈ। ਆਓ ਰਸਨਾ ਤੇ ਮੁਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਤੁਮਰੀ ਕਰੀ ਨਾ ਹਮਰੇ ਕਾਜੂ। ਸਤਿਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ, ਜਿਵੇਂ ਤੈਨੂੰ ਪਸੰਦ ਹੈ ਉਸ ਤਰ੍ਹਾਂ ਕਰ ਲੈ, ਨਹੀਂ ਤੈਨੂੰ ਠੀਕ ਲੱਗਦਾ। ਸੁਨ ਕਰ ਪੰਨਿਓ ਗਰੀਬ ਨਿਵਾਜੂ। ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ, ਕੋਈ ਤਰਕ ਨਹੀਂ ਕੀਤਾ ਸਤਿਗੁਰਾਂ ਜੀ ਨੇ। ਜਿਵੇਂ ਤੇਰਾ ਮਨ ਰਾਜੀ ਹੈ ਭਾਈ ਕਰ ਲੈ। ਸ਼ੁਸ਼ਕ ਅੰਨ ਅਬ ਹੀ ਦਿਜ ਲੀਜੈ। ਅਸੀਂ ਤੁਹਾਨੂੰ ਰਸਦ ਦੇ ਦਿੰਦੇ ਆ ਸੁੱਕੀ। ਨਿਜ ਕਰ ਸੋ ਕਰ ਅਚਵਨ ਕੀਜੈ। ਫਿਰ ਆਪਣੇ ਹੱਥੀਂ ਤਿਆਰ ਕਰਕੇ ਤੁਸੀਂ ਛਕ ਲਓ। ਲੀਨੋ ਸੀਦਾ ਤਬ ਦਿਜ ਬਰਸੋ। ਕਹਿੰਦਾ ਜੀ ਇਹ ਠੀਕ ਹੈ, ਸਿੱਧਾ ਲੈ ਲਿਆ ਉਸਨੇ। ਖੋਦਨ ਲਗਾ ਤਰਨ ਨਿਜ ਕਰ ਸੋ। ਹੁਣ ਤਿਆਰ ਕਰਨ ਲੱਗਿਆ ਲੰਗਰ ਆਪਣਾ। ਨਿਕਸੇ ਅਸਤ ਛੋਰ ਤਿਸ ਥਾਈ। ਹੁਣ ਜਿਸ ਵਕਤ ਚੋਰ ਬਣਾਉਣ ਲੱਗਿਆ ਅੱਗ ਬਾਲਣ ਦੇ ਲਈ, ਤਾਂ ਉਤੋਂ ਅਸਥੀਆਂ ਨਿਕਲ ਆਉਂਦੀਆਂ। ਖੋਦਨ ਲਗਿਓ ਅਪਰ ਥਲ ਜਾਈ। ਫਿਰ ਕਿਹਾ ਵੀ ਇਹ ਤਾਂ ਥਾਂ ਅਪਵਿੱਤਰ ਹੈ, ਇਤੋਂ ਅਸਥੀਆਂ ਨਿਕਲੀਆਂ। ਹੋਰ ਥਾਂ ਤੇ ਜਾ ਕੇ ਪੁੱਟਣ ਲੱਗ ਗਿਆ। ਨਿਕਸੇ ਅਸਤ ਸੋ ਜਾਨ ਆਪਾਵਨ। ਥੋੜਾ ਪੁੱਟਿਆ, ਉਤੋਂ ਫੇਰ ਹੱਡੀਆਂ ਨਿਕਲ ਆਈਆਂ, ਫੇਰ ਛੱਡਤਾ। ਕਹਿੰਦਾ ਇਹ ਵੀ ਅਪਵਿੱਤਰ ਹੈ। ਤੈਂ ਤਜ ਗਿਓ ਔਰਈ ਥਾਵਨ। ਉਹਨੂੰ ਛੱਡ ਕੇ ਫਿਰ ਤੀਸਰੀ ਥਾਂ ਤੇ ਚਲਿਆ ਜਾਂਦਾ। ਜਹਾਂ ਖੁਨੇ ਤੈਂ ਅਸਤੀ ਨਿਕਸੇ। ਜਿੱਥੇ ਵੀ ਪੁੱਟਦਾ ਉੱਥੋਂ ਹੀ ਅਸਥੀਆਂ ਨਿਕਲ ਆਉਂਦੀਆਂ ਹਨ। ਹੀਰ ਹੀਰ ਨਰ ਤੈਂ ਕੋ ਬਿਕਸੇ। ਲੋਕੀ ਜਿਹੜੇ ਨੇ ਵੇਖਣ ਵਾਲੇ ਉਹ ਮਜ਼ਾਕ ਉਡਾਉਂਦੇ ਨੇ ਵੀ ਇਹ ਕਰਦਾ ਕੀ ਹੈ। ਪੁੱਟਦਾ ਫੇਰ ਬੰਦ ਕਰ ਦਿੰਦਾ, ਫੇਰ ਪੁੱਟਦਾ ਫੇਰ ਬੰਦ ਕਰ ਦਿੰਦਾ। ਇੱਕ ਪਾਸੇ ਕਹਿੰਦਾ ਭੁੱਖ ਲੱਗੀ ਹੋਈ ਹੈ,
ਲੋਕੀ ਮਜ਼ਾਕ ਕਰਦੇ ਹਨ। ਸਰਬ ਦਿਵਸ ਕੋ ਸੋ ਖੋਦ ਤਰਿਓ। ਸਾਰਾ ਦਿਨ ਲੰਘਿਆ ਇਸੇ ਤਰ੍ਹਾਂ ਹੀ ਪੁੱਟ ਕੇ ਵੇਖਦਾ ਰਿਹਾ। ਏਕ ਛੁਦਾ ਦੂਜੋ ਸ਼ਰਮ ਲਿਓ। ਇੱਕ ਭੁੱਖ ਲੱਗੀ ਹੋਈ ਹੈ ਤੇ ਦੂਸਰਾ ਹੁਣ ਸ਼ਰਮ ਥੱਕ ਗਿਆ। ਪਇਓ ਬਿਕੁਲ ਆਇਓ ਪ੍ਰਭ ਪਾਸਾ। ਵਿਆਕਲ ਹੋ ਗਿਆ, ਦੁਖੀ ਹੋ ਗਿਆ, ਆਇਆ ਸਤਿਗੁਰਾਂ ਜੀ ਦੇ ਕੋਲ। ਬੰਦ ਹੱਥ ਕੀਨੀ ਅਰਦਾਸਾ। ਦੋਵੇਂ ਹੱਥ ਜੋੜ ਕੇ ਗੁਰੂ ਜੀ ਨੂੰ ਬੇਨਤੀ ਕਰੀ। ਜਹਾਂ ਆਹਾਰ ਤੁਮਾਰੋ ਹੋਏ। ਕਹਿੰਦੇ ਪਾਤਸ਼ਾਹ ਵੀ ਜਿੱਥੇ ਤੁਹਾਡਾ ਲੰਗਰ ਤਿਆਰ ਹੋ ਰਿਹਾ ਹੈ, ਦੀਜੈ ਮੋਏ ਖਾਏ ਹੋ ਸੋਏ। ਮੈਂ ਉੱਥੋਂ ਹੀ ਛਕ ਲੈਂਦਾ ਹਾਂ। ਰਾਵਰ ਮਹਾਂਪੁਰਖ ਗੁਣ ਖਾਨੀ। ਆਪ ਜੀ ਗੁਣਾ ਦੀ ਖਾਣੋ ਮਹਾਂਪੁਰਖੋ। ਮੈਂ ਤੁਮਰੀ ਆਇਸ ਨੈ ਮਾਨੀ। ਪਰ ਮੈਂ ਆਪ ਜੀ ਦਾ ਹੁਕਮ ਨਹੀਂ ਮੰਨਿਆ। ਜਾਂ ਤੇ ਖੇਦ ਪਇਓ ਤਨ ਭਾਰੀ। ਇਸੇ ਕਰਕੇ ਮੇਰੇ ਸਰੀਰ ਨੂੰ ਇਹ ਕਸ਼ਟ ਹੋਇਆ। ਅਬ ਮੈਂ ਉਹ ਤੁਮਰੇ ਅਨੁਸਾਰੀ। ਹੁਣ ਮੈਂ ਆਪ ਜੀ ਦੇ ਅਨੁਸਾਰੀ ਹਾਂ। ਸੁਨ ਕੇ ਬੋਲੇ ਬਚਨ ਕਿਰਪਾਲਾ। ਪੰਡਤ ਜੀ ਦੇ ਕੋਲੋਂ ਕਿਰਪਾਲੂ ਸਤਿਗੁਰੂ ਜੀ ਸੁਣ ਕੇ ਕਹਿਣ ਲੱਗੇ, ਤਿਜ ਜੋ ਬੀਤ ਗਿਓ ਸੋ ਕਾਲਾ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਸਮਾਂ ਲੰਘ ਗਿਆ, ਅਬ ਮੁਖ ਵਾਹਿਗੁਰੂ ਕਹਿ ਲੀਜੈ। ਹੁਣ ਤੁਸੀਂ ਆਪਣੀ ਰਸਨਾ ਤੋਂ ਇੱਕ ਵਾਰ ਕਹੋ ਵਾਹਿਗੁਰੂ। ਅਵਨੀ ਕੋ ਪਾਵਨਿਓ ਕੀਜੈ। ਵਾਹਿਗੁਰੂ ਕਹਿ ਕੇ ਧਰਤੀ ਨੂੰ ਪਵਿੱਤਰ ਕਰ ਲੋ। ਸਾਜ ਰਸੋਈ ਭੋਜਨ ਕਰੀਏ। ਕੋਈ ਗੱਲ ਨਹੀਂ, ਤੁਸੀਂ ਆਪਣੇ ਤਰੀਕੇ ਨਾਲ ਆਪਣਾ ਖਾਣਾ ਤਿਆਰ ਕਰੋ। ਸਭਈ ਹਿਰਦੇ ਪਰਮ ਪਰ ਹਰੀਏ। ਲੇਕਿਨ ਭਰਮ ਮਿਟਾ ਦਿਓ। ਹੈ ਕੁਝ ਨਹੀਂ ਇਹ, ਮੈਂ ਜਿਹੜਾ ਤੁਹਾਡੇ ਅੰਦਰ ਭਰਮ ਹੈ ਨਾ, ਉਹੀ ਭਰਮ ਤੁਹਾਡੇ ਅੱਗੇ ਆਈ ਜਾ ਰਿਹਾ ਕਿ ਤੁਹਾਨੂੰ ਧਰਤੀ ਚੋਂ ਹਰੇਕ ਨਿਕਲਦੀ ਚੀਜ਼ ਹੱਡੀ ਨਜ਼ਰ ਆਉਂਦੀ ਹੈ। ਹੱਡੀਆਂ ਨਹੀਂ ਹਨ ਸਾਰੀਆਂ, ਇਹ ਸਾਰੀ ਧਰਤੀ ਤੇ ਇੱਥੇ ਹੱਡੀਆਂ ਨਹੀਂ ਨਿਕਲੀਆਂ। ਜਿਹੜਾ ਤੁਹਾਡੇ ਅੰਦਰ ਭਰਮ ਹੈ ਉਹਨੇ ਹੱਡੀਆਂ ਬਣਾਤੀਆਂ ਸਭ ਕੁਝ ਦੀਆਂ। ਡੱਕਿਆਂ ਦੀਆਂ ਹੱਡੀਆਂ, ਪੱਥਰਾਂ ਦੀਆਂ ਹੱਡੀਆਂ, ਭਰਮ ਹੈ ਤੇਰੇ ਅੰਦਰ। ਇਹ ਗੁਰਪ੍ਰਸਾਦ ਭਰਮ ਕਾ ਨਾਸ, ਗੁਰੂ ਦੀ ਕਿਰਪਾ ਨਾਲ ਹੁੰਦਾ ਭਰਮ ਨਾਸ। ਵਾਹਿਗੁਰੂ ਕਹਿ ਹੁਣ ਧਰਤੀ ਪੁੱਟ ਕੇ ਵੇਖ। ਤਬਈ ਦਿਜਨੇ ਆਇਸ ਮਾਨੀ। ਹੁਣ ਸਤਿਗੁਰਾਂ ਜੀ ਦਾ ਬਚਨ ਮੰਨ ਕੇ ਜਦੋਂ ਧਰਤੀ ਨੂੰ ਪੁੱਟਦਾ ਹੈ, ਕੀਨ ਰਸੋਈ ਭ੍ਰਮ ਕਰ ਹਾਨੀ। ਭਰਮ ਨਾਸ ਹੋ ਗਿਆ। ਹੁਣ ਕੋਈ ਹੱਡੀ ਨਹੀਂ ਆਈ ਹੈ, ਬਿਲਕੁਲ ਸਾਫ ਮਿੱਟੀ ਦਿਖਾਈ ਦਿੰਦੀ ਹੈ। ਕਰ ਭੋਜਨ ਕੋ ਜਬ ਟਿਗ ਆਇਓ। ਲੰਗਰ ਤਿਆਰ ਕੀਤਾ, ਸਤਿਗੁਰਾਂ ਜੀ ਦੇ ਕੋਲ ਆਇਆ। ਸ਼੍ਰੀ ਗੁਰ ਤਬ ਇੱਕ ਸ਼ਬਦ ਅਲਾਇਓ। ਉਸ ਵਕਤ ਸਤਿਗੁਰਾਂ ਜੀ ਨੇ ਅਲਾਹੀ ਬਾਣੀ ਦੇ ਰਾਹੀਂ ਜੜੋਂ ਭਰਮ ਨੂੰ ਮਿਟਾਉਣਾ ਕੀਤਾ। ਬਸੰਤ ਮਹੱਲਾ ਪਹਿਲਾ। ਸੋਇਨੇ ਕਾ ਚੌਕਾ ਕੰਚਨ ਕੁਆਰ। ਬਸੰਤ ਰਾਗ ਦੇ ਅੰਦਰ ਸਤਿਗੁਰਾਂ ਜੀ ਦਾ ਸ਼ਬਦ ਹੈ। ਪਾਤਸ਼ਾਹ ਜੀ ਕਹਿੰਦੇ ਵੀ ਸੋਇਨੇ ਕਾ ਚੌਂਕਾ। ਤੁਸੀਂ ਆਪਣਾ ਜਿਹੜਾ ਚੌਂਕਾ ਉਹ ਸੋਨੇ ਦਾ ਬਣਾ ਲਓ। ਸੋਨੇ ਤੋਂ ਭਾਵ ਵੀ ਸੋਨਾ ਸ਼ੁੱਧ ਹੁੰਦਾ ਹੈ। ਸੰਸਾਰ ਦੀ ਨਜ਼ਰ ਦੇ ਵਿੱਚ ਸੋਨਾ ਸ਼ੁੱਧ ਹੈ, ਪਰ ਕਲਗੀਧਰ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਲੋਹਾ ਸ਼ੁੱਧ ਹੈ। ਉਹਨਾਂ ਨੇ ਇੱਕ ਪੂਰਾ ਗ੍ਰੰਥ ਲਿਖਦਾ ਜਿਸ ਦਾ ਨਾਂ ਹੀ ਸਰਬ ਲੋਹ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋਨਾ ਸਭ ਦੀ ਪਹੁੰਚ ਵਿੱਚ ਨਹੀਂ ਹੈ, ਪਰ ਸਰਬ ਲੋਹ ਸਾਰਿਆਂ ਦੀ ਪਹੁੰਚ ਵਿੱਚ ਹੈ। ਲੋਹੇ ਵਿੱਚ ਕੋਈ ਮਿਲਾਵਟ ਨਹੀਂ, ਸ਼ੁੱਧ ਹੈ। ਪਰਮਾਤਮਾ ਵਿੱਚ ਕੋਈ ਮਿਲਾਵਟ ਨਹੀਂ, ਸ਼ੁੱਧ ਹੈ। ਉਹਦੇ ਖਾਲਸੇ ਵਿੱਚ ਕੋਈ ਮਿਲਾਵਟ ਨਹੀਂ, ਸ਼ੁੱਧ ਹੈ। ਸੋ ਇਹ ਸ਼ੁੱਧਤਾ ਦੇ ਲਖਾਇਕ ਨੇ। ਸੰਸਾਰ ਨੇ ਸੋਨੇ ਨੂੰ ਮੰਨਿਆ। ਸਾਹਿਬ ਜੀ ਕਹਿੰਦੇ ਤੁਸੀਂ ਸ਼ੁੱਧ ਸੋਨੇ ਦਾ ਚੌਂਕਾ ਬਣਾ ਲਓ। ਕੰਚਨ ਕੁਆਰ, ਕੁਆਰ ਕਹਿੰਦੇ ਨੇ ਗਾਗਰਾਂ ਨੂੰ, ਜੋ ਭਾਂਡੇ ਕਹਿ ਲਓ ਵੀ ਜਿਨ੍ਹਾਂ 'ਚ ਤੁਸੀਂ ਪਾਣੀ ਲਿਆਉਣਾ ਹੈ,
ਉਹ ਵੀ ਸ਼ੁੱਧ ਸੋਨੇ ਦੇ ਹੋਣ। ਰੁਪਏ ਕੀ ਆਕਾਰਾ ਬਹੁਤ ਵਿਸਥਾਰ। ਤੇ ਜਿਹੜਾ ਚੌਂਕਾ ਉਹਨੂੰ ਪੂਰਿਆ ਜਾਂਦਾ, ਲਕੀਰਾਂ ਕੱਢੀਆਂ ਜਾਂਦੀਆਂ, 12 ਬਿੱਟੀ ਜੀ ਬਣਾਈ ਜਾਂਦੀ ਹੈ ਉਹਦੇ ਤੇ। ਸਾਹਿਬ ਜੀ ਕਹਿੰਦੇ ਵੀ ਉਹ ਚਿੱਟੀਆਂ ਹੁੰਦੀਆਂ ਨਾ, ਤੇ ਉਹ ਚਾਂਦੀ ਦੇ ਨਾਲ ਬਣਾ ਲਓ। ਚਿੱਟਾ ਜਿਹੜਾ ਉਹ ਪਵਿੱਤਰ ਦਾ ਲਖਾਇਕ ਹੈ ਚਿੱਟਾ, ਵੀ ਚਾਂਦੀ ਦੀਆਂ ਤੁਸੀਂ ਬਣਾ ਲਓ, ਉਹਦੇ ਉੱਤੇ ਲਕੀਰਾਂ। ਗੰਗਾ ਕਾ ਉਦਕ ਕਰਨ ਤੇ ਕੀ ਆਗ। ਜਿਹੜਾ ਪਾਣੀ ਹੈ ਉਹ ਤੁਸੀਂ ਗੰਗਾ ਦਾ ਪਵਿੱਤਰ ਜਾਣਦੇ ਹੋ, ਉਹ ਲੈਓ। ਕਰਨ ਤੇ ਕੀ ਆਗ। ਇੱਕ ਅਰਣੀ ਨਾਮ ਦਾ ਦਰਖਤ ਹੈ, ਉਹਦੀਆਂ ਲੱਕੜਾਂ ਨੂੰ ਰਗੜ ਕੇ ਜਿਹੜੀ ਅਗਨੀ ਨਿਕਲਦੀ ਹੈ ਨਾ, ਉਹਨੂੰ ਵੇਦ ਦੇ ਮੁਤਾਬਕ ਪਵਿੱਤਰ ਮੰਨਿਆ ਗਿਆ ਅੱਗ ਨੂੰ। ਹਾਲਾਂਕਿ ਅੱਗ ਤੇ ਅੱਗ ਹੀ ਹੁੰਦੀ, ਪਰ ਉਹਨਾਂ ਦੇ ਮੁਤਾਬਕ ਉਹ ਸਾਹਿਬ ਜੀ ਕਹਿੰਦੇ ਵੀ ਉਹ ਅੱਗ ਲਿਆਓ ਸ਼ੁੱਧ ਹੈ, ਜਿਹਨੂੰ ਤੁਸੀਂ ਮੰਨਦੇ ਹੋ। ਪਾਣੀ ਗੰਗਾ ਦਾ ਪਵਿੱਤਰ ਮੰਨਿਆ। ਕਰੰਤੇ ਦੀ ਆਗ, ਅਰਣੀ ਤੋਂ ਪੈਦਾ ਹੋਣ ਵਾਲੀ ਅੱਗ ਨਹੀਂ, ਜਿਹੜੀ ਜੱਗਾਂ ਵਿੱਚ ਵਰਤੀ ਜਾਂਦੀ, ਉਹ ਅੱਗ ਹੋਵੇ ਪਵਿੱਤਰ। ਗਰੁੜਾ ਖਾਣਾ ਦੁੱਧ ਸਿਉ ਗਾੜ। ਗਰੁੜਾ ਕਹਿੰਦੇ ਹਨ ਵੀ ਕਿਸੇ ਵੀ ਚੀਜ਼ ਨੂੰ ਮਿਲਾ ਲੈਣਾ ਆਪਸ ਦੇ ਵਿੱਚ। ਆਮ ਕਰਕੇ ਆਪਾਂ ਦੁੱਧ ਤੇ ਚਾਵਲ ਦੀ ਗੱਲ ਕਰਦੇ ਵੀ ਖੀਰ ਬਣ ਜਾਂਦੀ ਹੈ, ਦੁੱਧ ਨੂੰ ਪਵਿੱਤਰ ਮੰਨਿਆ, ਦੁੱਧ ਦਾ ਭੋਗ ਲੱਗਦਾ ਹੈ, ਤੇ ਉਹਦੇ ਵਿੱਚ ਮਿਲਾ ਕੇ ਤੁਸੀਂ ਆਪਣੀ ਖੀਰ ਬਣਾ ਲਓ। ਰੇ ਮਨ ਲੇਖੈ ਕਬੂ ਨਾ ਪਾਏ। ਸਤਿਗੁਰੂ ਜੀ ਕਹਿੰਦੇ ਵੀ ਲੇਖੇ ਵਿੱਚ ਕੁਝ ਨਹੀਂ ਪੈਣਾ। ਰੱਬ ਦੇ ਹਿਸਾਬ ਦੇ ਵਿੱਚ, ਧਾਰਮਿਕ ਦੁਨੀਆ ਦੇ ਵਿੱਚ ਇਹਨਾਂ ਗੱਲਾਂ ਦੀ ਕੋਈ ਅਹਿਮੀਅਤ ਨਹੀਂ ਹੈ। ਜਾਮ ਨਾ ਪੀਜੈ ਸਾਚ ਨਾਏ। ਜਦੋਂ ਤੱਕ ਸਾਡਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਨਹੀਂ ਭਿੱਜਦਾ। ਰਹਾਉ 10-8 ਲਿਖੇ ਹੋਵੇ ਪਾਸ। 10-8 ਤੋਂ ਭਾਵ ਹੈ 18 ਜਿਹੜੇ ਪੁਰਾਣ ਨੇ ਉਹ ਲਿਖੇ ਹੋਏ ਕੋਲ ਪਏ ਹੋਣ। ਚਾਰੇ ਵੇਦ ਮੁਖਾਗਰ ਪਾਠ। ਚਾਰੇ ਜਿਹੜੇ ਵੇਦ ਨੇ ਉਹ ਕੰਠ ਕੀਤੇ ਹੋਣ। ਪੁਰਬੀ ਨਾਵੇ ਵਰਨਾ ਕੀ ਦਾਤ। ਫਿਰ ਜਿਹੜੇ ਪੂਰਬ ਨੇ ਉਹਨਾਂ ਤੇ ਇਸ਼ਨਾਨ ਕਰਦਾ ਹੋਵੇ ਤੇ ਮਰਿਆਦਾ ਦੇ ਮੁਤਾਬਕ ਦਾਨ ਦੇਣਾ ਵਾਲਾ ਹੋਵੇ। ਵਰਤ ਨੇਮ ਕਰੇ ਦਿਨ ਰਾਤ। ਜਿਹੜੇ ਵਰਤ ਨੇ ਨੇਮ ਨੇ ਦੱਸੇ ਹੋਏ ਸ਼ਾਸਤਰ ਦੇ ਮੁਤਾਬਕ ਦਿਨ ਦਾ ਚਾਹੇ ਰਾਤ ਦਾ ਕਰਦਾ ਹੋਵੇ। ਕਾਜੀ ਮੁੱਲਾ ਹੋਵੇ ਸੇਖ। ਕਾਜੀ ਬਣ ਜਾਵੇ, ਮੁੱਲਾ ਬਣ ਜਾਵੇ, ਪੰਡਤ ਸ਼ੇਖ, ਧਰਮ ਦਾ ਆਚਾਰੀਆ ਬਣ ਜਾਵੇ। ਜੋਗੀ ਜੰਗਮ ਭਗਵੇ ਭੇਖ। ਜੋਗੀ ਬਣ ਜਾਵੇ, ਟੱਲੀਆਂ ਵਜਾਉਣ ਵਾਲਾ ਬਣ ਜਾਵੇ, ਭਗਵੇਂ ਕੱਪੜੇ ਪਾ ਲਵੇ। ਕੋ ਗਿਰਈ ਕਰਮਾ ਕੀ ਸੰਦ। ਤੇ ਕੋਈ ਗ੍ਰਸਤੀ ਜਿਹੜਾ ਕਹਿੰਦੇ ਮੈਂ ਪੂਰੇ ਨਿਯਮ ਦੇ ਮੁਤਾਬਕ ਆਪਣੇ ਗ੍ਰਸਤ ਨੂੰ ਨਿਭਾ ਰਿਹਾ। ਬਿਨ ਬੂਝੇ ਸਭ ਖੜੀ ਸੰਬੰਧ। ਸਤਿਗੁਰੂ ਜੀ ਕਹਿੰਦੇ ਜਦੋਂ ਤੱਕ ਜੀਵਨ ਦੀ ਜੁਗਤ ਨਹੀਂ ਨਾ ਸਮਝ ਵਿੱਚ ਆਈ, ਤਾਂ ਜਿਵੇਂ ਬਾਕੀ ਦੁਨੀਆ ਜਮਾਂ ਦੀ ਬੰਨੀ ਪੇਸ਼ ਕਰਕੇ ਪੇਸ਼ ਕੀਤੀ ਜਾਂਦੀ ਧਰਮ ਰਾਜ ਦੇ ਸਾਹਮਣੇ, ਇਹੀ ਹਾਲ ਤੁਹਾਡਾ ਹੋਣਾ। ਤੁਹਾਡੇ ਕੋਈ ਪਖੰਡ ਨੂੰ ਨਹੀਂ ਵੇਖਿਆ ਜਾਣਾ, ਤੁਸੀਂ ਉਹਨਾਂ ਦੇ ਵਿੱਚ ਹੀ ਸ਼ਾਮਲ ਹੋ। ਜਿਹੜਾ ਵੀ ਇਨਸਾਨ ਵਿਖਾਵੇ ਦੇ ਕਬਰੋਂ ਕਰ ਰਿਹਾ ਹੈ, ਕਰਮ ਧਰਮ ਪਖੰਡ ਜੋ ਦੀਸੈ, ਤਿਨ ਜਮ ਜਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਧਰਮ ਦੇ ਕਰਮਾਂ ਦਾ ਵਿਖਾਵਾ ਜਿਹੜਾ ਉਹ ਪ੍ਰਵਾਨ ਨਹੀਂ ਹੈ, ਕਿਉਂਕਿ ਧਰਮ ਦਾ ਸੰਬੰਧ ਅੰਦਰ ਦੇ ਨਾਲ ਹੈ, ਸੰਸਾਰ ਨਾਲ ਨਹੀਂ ਹੈ। ਹੁਣ ਅੰਦਰ ਦਾ ਸੰਬੰਧ ਬਾਹਰ ਨਾਲ ਜੋੜਾਂਗੇ ਫਿਰ ਗੜਬੜ ਹੋਵੇਗੀ। ਇਸ ਲਈ ਵਾਹਿਗੁਰੂ ਪਰਮੇਸ਼ਰ ਜੀ ਦੀ ਭਜਨ ਬੰਦਗੀ ਕਰਨੀ ਹੈ, ਉਹਦੇ ਬਾਰੇ ਨਾ ਕਿਸੇ ਨੂੰ ਦੱਸਣਾ, ਨਾ ਕੋਈ ਵਿਖਾਵਾ ਕਰਨਾ। ਉਹ ਤਾਂ ਆਪਣੇ ਲਈ ਹੈ, ਆਪਣੇ ਭਲੇ ਵਾਸਤੇ ਕਰਨਾ, ਦੁਨੀਆ ਨਾਲ ਇਹਦਾ ਕੋਈ ਸੰਬੰਧ ਨਹੀਂ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਤੇ ਸੁਹਾਗਾ ਮਾਰਤਾ ਵੀ ਵਿਖਾਵੇ ਦੇ ਕਰਮ ਜਿਹੜੇ ਨੇ ਉਹ ਮਾਲਕ ਦੀ ਨਜ਼ਰ ਦੇ ਵਿੱਚ ਅਸੀਂ ਪ੍ਰਵਾਨ ਨਹੀਂ ਹੁੰਦੇ। ਉਹ ਦੁਨੀਆ ਨੂੰ ਦਿਖਾਏ ਤੇ ਦੁਨੀਆ ਨੇ ਹੀ ਬਸ ਉਹਨੂੰ ਪ੍ਰਵਾਨ ਕੀਤਾ, ਪਰ ਵਾਹਿਗੁਰੂ ਜੀ ਨੇ ਨਹੀਂ ਕੀਤਾ ਹੈ। ਉਹ ਵੀ ਪਖੰਡੀ ਜਮਾਂ ਦੇ ਪਕੜੇ ਹੋਏ ਹਨ। ਜੀਤੇ ਜੀ
ਲਿਖੀ ਸਿਰਕਾਰ। ਜਿੰਨੇ ਵੀ ਜੀ ਨੇ ਨਾ ਸਾਰਿਆਂ ਦੇ ਉੱਤੇ ਪ੍ਰਮਾਤਮਾ ਨੇ ਇੱਕੋ ਹੀ ਹਿਸਾਬ ਕਿਤਾਬ ਲਿਖਿਆ ਹੋਇਆ ਹੈ। ਕਰਨੀ ਉੱਪਰ ਹੋਵਗ ਸਾਰੇ। ਇਹ ਚੰਗਿਆਈਆਂ ਬੁਰਿਆਈਆਂ ਬਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਮਨੁੱਖ ਦੇ ਜਿਹੜੇ ਕਰਮ ਨੇ ਉਹ ਬਾਚੇ ਜਾਂਦੇ ਨੇ। ਕਰਮ ਸਹੀ ਹੋਣਾ ਚਾਹੀਦਾ, ਦਿਖਾਵੇ ਦਾ ਨਹੀਂ ਹੋਣਾ ਚਾਹੀਦਾ। ਇਹ ਵਾਹਿਗੁਰੂ ਪਰਮੇਸ਼ਰ ਜੀ ਦਾ ਨਿਯਮ ਬਣਾਇਆ ਹੋਇਆ ਸਾਰਿਆਂ ਦੇ ਸਿਰ ਤੇ ਇਹ ਲਾਗੂ ਹੈ। ਹੁਕਮ ਕਰੇ ਮੂਰਖ ਗਾਵਾਰੇ। ਤੇ ਜਿਹੜੇ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਮਾਣ ਕਰਦੇ ਨੇ ਨਾ, ਹੁਕਮ ਕਰਦਾ ਹੈ ਹੰਕਾਰੀ ਬੰਦਾ, ਤੇ ਉਹ ਹੰਕਾਰ ਹੈ ਜਿਨ੍ਹਾਂ ਦੇ ਅੰਦਰ ਉਹਨਾਂ ਦੀ ਜਿਹੜੀ ਕਾਰ ਹੈ ਉਹ ਲੇਖੇ ਦੇ ਵਿੱਚ ਨਹੀਂ ਹੈ। ਐਵੇਂ ਆ ਮਾਣ ਕਰੀ ਜਾਂਦੇ ਆਪਣੇ ਆਪ ਨੂੰ ਧਰਮੀ ਸਮਝਣ ਦਾ। ਨਾਨਕ ਸਾਚੇ ਕੇ ਸਿਫਤ ਭੰਡਾਰ। ਸਤਿਗੁਰੂ ਜੀ ਕਹਿੰਦੇ ਭਾਈ ਜਿਸ ਨੂੰ ਵਾਸਤੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਸਿਫਤੀ ਦੇ ਭੰਡਾਰੇ ਭਰੇ ਪਏ ਨੇ, ਬਸ ਉਹ ਲੁੱਟ ਲੋ। कबीर लूटना है तो लूट लै, राम नाम है लूट। परमात्मा दे नाम दी लुट, बस एको ही काम करना है। सगल धर्म है श्रेष्ठ धर्म, हर को नाम जप निर्मल कर। जप मन सतनाम सदा सतनाम। वाहिगुरु गुरमंत्र है जप होमै कोई। एको ही काम सतगुरां जी ने कहा करनो कि भाई ये सिफती दे भंडारे भरे पए ने, बस लुट लो जिन्ने लुटे लेने ने। जिन्ना हिस्सा लिया जाता लै लो। दोहरा सुन कर तिज बर बंद कर, धरियो चरण पुर सीस। सतगुरां जी दा उपदेश सुनिया ते चरनां दे उत्ते मत्था टेकिया। भयो सिख सतगुरु को नाम जपत जगदीश। उन्होंने 6 शास्त्र पढ़े हुए सन, जिहदा मान सी उन्होंने भी मैं खड़ शास्त्री पंडित है। ਜਿਹੜਾ ਉਪਦੇਸ਼ ਆ ਗੁਰੂ ਜੀ ਦਾ ਉਹ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਉਹ ਕੋਈ ਕਿਸੇ ਖਾਸ ਪੰਡਤ ਵਾਸਤੇ ਨਹੀਂ ਹੈ, ਕਿਸੇ ਮੌਲਵੀ ਵਾਸਤੇ ਨਹੀਂ ਹੈ। ਜਿਹਨੂੰ ਵੀ ਇਸ ਗੱਲ ਦਾ ਮਾਣ ਹੈ ਵੀ ਮੈਂ ਗ੍ਰੰਥ ਪੜ੍ਹੇ ਹੋਏ ਆ, ਵੀ ਮੈਂ ਵਿਦਵਾਨ ਹੈ, ਉਹਨਾਂ ਸਾਰਿਆਂ ਨੂੰ ਸਤਿਗੁਰਾਂ ਜੀ ਨੇ ਕਹਿਤਾ ਬਈ ਮਾਣ ਕਰਨਾ ਕੋਈ ਵੀ ਮਾਣ ਝੂਠਾ ਹੀ ਹੁੰਦਾ ਹੈ। ਇਸ ਕਰਕੇ ਉਹਨੂੰ ਛੱਡ ਦਿਓ। ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਣ ਪੜ੍ਹਿਆ ਪਰਮਗਤ ਪਾਵੇ। ਚਾਹੇ ਕੋਈ ਪੜ੍ਹਿਆ ਲਿਖਿਆ ਚਾਹੇ ਕੋਈ ਅਨਪੜ੍ਹ, ਕਰਨਾ ਤਾਂ ਉਹਨੂੰ ਪਰਮਾਤਮਾ ਦਾ ਸਿਮਰਨ ਹੀ ਪੈਣਾ, ਕਿਉਂਕਿ ਨਾਨਕ ਲੇਖਾ ਇੱਕ ਗੱਲ ਹੋਰ ਹੋਵੇਂ ਝੱਖਣਾ ਝਾਕ। ਲੇਖੇ ਦੇ ਵਿੱਚ ਤਾਂ ਸਿਰਫ ਸਿਮਰਨ ਹੈ, ਪੜ੍ਹਾਈ ਕਿਸੇ ਲੇਖੇ ਵਿੱਚ ਨਹੀਂ ਹੈ। ਸਾਡੇ ਵਿਖਾਵੇ ਦੇ ਕਰਮਕਾਂਡ ਕਿਸੇ ਲੇਖੇ ਵਿੱਚ ਨਹੀਂ ਹਨ। ਲੇਖੇ 'ਚ ਇੱਕੋ ਹੀ ਗੱਲ ਹੈ, ਬਾਕੀ ਸਾਰਾ ਹਉਮੈ ਦੇ ਵਿੱਚ ਝੱਕ ਮਾਰਨਾ। ਸਮਝ ਆ ਗਈ। ਸਤਿਗੁਰਾਂ ਜੀ ਦੇ ਚਰਨਾਂ ਤੇ ਸੀਸ ਰੱਖਿਆ, ਸਿੱਖ ਬਣ ਗਿਆ ਸਤਿਗੁਰਾਂ ਜੀ ਦਾ। ਜੋ ਪਈ ਭਾਉ ਭਗਤ ਕੀ ਉਰ ਲਿਵ ਲਾਗੀ। ਹੁਣ ਸਤਿਗੁਰਾਂ ਜੀ ਨੇ ਦੱਸਿਆ ਤਰੀਕਾ ਵੀ ਪ੍ਰਮਾਤਮਾ ਜਿਹੜਾ ਨਾ ਉਹ ਗੋਬਿੰਦ ਭਾਉ ਭਗਤ ਕਾ ਭੁੱਖਾ। ਉਹ ਸਿਰਫ ਚਾਹੁੰਦਾ ਵੀ ਮੇਰੇ ਨਾਲ ਪ੍ਰੇਮ ਕਰੋ ਤੁਸੀਂ, ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਬਾਕੀ ਸਭ ਕੁਝ ਉਹਦਾ ਹੀ ਦਿੱਤਾ ਹੋਇਆ। ਤੇਰਾ ਕੀਆ ਤੁਝੇ ਕਿਆ ਅਰਪੋ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਸੱਚੀ ਪ੍ਰੀਤ ਕਰਨੀ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ। ਜੋਗਤ ਦਸੀ ਤੇ ਲੱਗਿਆ ਕਰਨ, ਸਤਨਾਮ ਸਿਮਰਨ ਰਤ ਜਾਗੀ। ਸਹਿਜੇ ਸਹਿਜੇ ਜਦੋਂ ਸਤਨਾਮ ਸੱਚੇ ਨਾਮ ਦੇ ਵਿੱਚ ਰਤ ਗਿਆ ਨਾ, ਫਿਰ ਸੁਰਤ ਜਾਗ ਪਈ। ਸਿਮਰ 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 ਗੁਰੇ ਆਪਣਾ, ਸੋਇਆ ਮਨ ਜਾਗਾਈ। ਸੋਤੇ ਮਨ ਨੂੰ ਜਗਾਇਆ। ਗੁਰ ਕਰੁਣਾ ਕੋ ਪਾਏ ਵਿਸਾਲਾ। ਇਹ ਸਾਰਾ ਕਾਰਜ ਜਿਹੜਾ ਉਹ ਸਤਿਗੁਰਾਂ ਜੀ ਦੀ ਦਇਆ ਦ੍ਰਿਸ਼ਟੀ ਤੇ ਹੈ, ਗੁਰੂ ਜੀ ਦੇ ਤਰਸ ਤੇ ਹੁੰਦਾ ਹੈ। ਪਰਮ ਸਰਬ ਨਾਸ਼ਿਓ ਤਤਕਾਲਾ। ਜਿਹੜਾ ਭਰਮ ਬਣਿਆ ਹੋਇਆ ਸੀ ਅੰਦਰ, ਉਹ ਸਾਰਾ ਨਾਲ ਦੀ ਨਾਲ ਨਾਸ ਹੋ ਗਿਆ। ਸੂਰਜ ਚੜ੍ਹਨ ਦੇ ਨਾਲ ਹਨੇਰਾ ਹਰਨ ਹੋ ਜਾਂਦਾ। ਇਸੇ ਤਰ੍ਹਾਂ ਹੀ ਜਦੋਂ ਗੁਰੂ ਦੀ ਕਿਰਪਾ ਹੁੰਦੀ ਤੇ ਭਰਮ ਦਾ ਹਨੇਰਾ ਦੂਰ ਹੋ ਜਾਂਦਾ ਹੈ, ਫਿਰ ਨਹੀਂ ਖਲੋਂਦਾ ਹੈ।
ਭਰਮ ਦਾ ਨਾਸ ਹੋ ਗਿਆ ਗੁਰੂ ਦੀ ਕਿਰਪਾ ਨਾਲ। ਦੋਹਰਾ ਕਰਮਹੀਣ ਕੁੜਿਆਰ ਮੈਂ ਲੋਭੀ ਕਾਮੀ ਬਾਮ। ਮੈਂ ਕਰਮਾਂ ਤੋਂ ਹੀਣਾ, ਕੁੜਿਆਰ ਝੂਠ ਬੋਲਦਾ, ਝੂਠ ਕਮਾਉਣਾ, ਲੋਭੀ ਆ, ਕਾਮੀ ਵੀ ਆ, ਬਾਮ ਟੇਢਾ ਚੱਲਣ ਵਾਲਾ ਹਾਂ। ਲਾਜ ਰਖੋ ਨਿਜ ਬਿਰਦ ਕੀ ਜਗਤ ਕਾਏ ਸਿੱਖ ਨਾਮ। ਗੁਰੂ ਦੇ ਅੱਗੇ ਜੋਦੜੀ ਕੀਤੀ ਹੈ ਪਾਤਸ਼ਾਹ, ਪਰ ਹੈ ਮੈਂ ਤੁਹਾਡਾ ਸਿੱਖ ਹਾਂ, ਤੇ ਹੁਣ ਆਪ ਜੀ ਨੇ ਕਿਰਪਾ ਕਰਕੇ ਮੇਰੀ ਲਾਜ ਰੱਖ ਦੇਣੀ। ਤੁਹਾਡਾ ਨਾਮ ਹੈ, ਤੁਹਾਡਾ ਸਿੱਖ ਕਹਿੰਦੇ ਆ ਮੈਨੂੰ, ਪਰ ਮੈਂ ਸਿੱਖੀ ਦੇ ਯੋਗ ਨਹੀਂ ਹਾਂ, ਭਰਿਆ ਹੋਇਆ ਵਿਕਾਰਾਂ ਦੇ ਨਾਲ ਹੀ ਹੈ, ਤੇ ਆਪ ਜੀ ਨੇ ਕਿਰਪਾ ਕਰਕੇ ਲਾਜ ਰੱਖਣੀ। ਇਹ ਮੰਗਲ ਕਰਕੇ ਕਵੀ ਜੀ ਫਿਰ ਅਗਲਾ ਪ੍ਰਕਰਨ ਸ਼ੁਰੂ ਕਰਦੇ ਹਨ। ਜੋ ਪਈ ਸੁਨ ਸ਼੍ਰੀ ਅੰਗਦ ਸੁਜਸ ਸੁਹਾਵਨ। ਇਹ ਗੁਰੂ ਅੰਗਦ ਦੇਵ ਜੀ ਮਹਾਰਾਜ, ਇਹ ਗੁਰੂ ਨਾਨਕ ਸਾਹਿਬ ਜੀ ਦਾ ਸ੍ਰੇਸ਼ਟ ਜਸ ਹੈ, ਆਪ ਜੀ ਸੁਣਨਾ ਕਰੋ। ਆਗੇ ਕਥਾ ਪਈ ਜਿਮ ਪਾਵਨ। ਜਿਵੇਂ ਪਾਵਨ ਕਥਾ ਹੈ ਗੁਰੂ ਨਾਨਕ ਸਾਹਿਬ ਜੀ ਦੀ। ਕਰੀ ਕੀਰਤਨ ਕੀ ਸ਼ੁਭ ਰੀਤਾ। ਇੱਥੇ ਫਿਰ ਸਤਿਗੁਰਾਂ ਜੀ ਨੇ ਕਰਤਾਰਪੁਰ ਦੇ ਵਿੱਚ ਮਰਿਆਦਾ ਬੰਨੀ। ਸੰਧਿਆ ਆਰਤੀ ਉਤਾਰਿਓ, ਸੰਧਿਆ ਸੋਦਰ, ਸ਼ਾਮ ਨੂੰ ਸੋਦਰ, ਫਿਰ ਆਰਤੀ, ਅੰਮ੍ਰਿਤ ਵੇਲਾ ਜਾਪੂ ਚਾਰਾ, ਮਰਿਆਦਾ ਬੰਨੀ, ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਨਾ, ਆਸਾ ਕੀ ਵਾਰ ਦਾ ਕੀਰਤਨ। ਸਾਰੀਆਂ ਥਾਵਾਂ ਤੇ ਜਿੱਥੇ ਗਏ ਸਤਿਗੁਰਾਂ ਜੀ ਨੇ ਇਹੀ ਮਰਿਆਦਾ ਬੰਨੀ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਵੇ। ਇਹ ਕਰਤਾਰਪੁਰ ਤਕਰੀਬਨ 18 ਸਾਲ ਗੁਰੂ ਨਾਨਕ ਸਾਹਿਬ ਜੀ ਨੇ ਇਸ ਧਰਤੀ ਤੇ ਗੁਜ਼ਾਰੇ ਨੇ। ਆ ਜਿਹੜਾ ਹੁਣ ਪਿੱਛੇ ਰਸਤਾ ਖੁੱਲ੍ਹਿਆ, ਤੋ ਇਸ ਧਰਤੀ ਦੀ ਗੱਲ ਕਰ ਰਹੇ ਨੇ। ਇੱਥੇ ਸਤਿਗੁਰਾਂ ਜੀ ਨੇ ਮਰਿਆਦਾ ਬੰਨੀ। ਸਵਾ ਜਾਮ ਨਿਸਤੇ ਹੋਇ ਨੀਤਾ। ਸਵਾ ਪਹਿਰ ਰਾਤ ਰਹਿੰਦਿਆਂ ਹੈ ਸੇਵਕ ਸਿੱਖ ਅਨਿਕ ਚੱਲ ਆਵੇ। ਸੇਵਾ ਕਰਨ ਵਾਲੇ ਸਿੱਖ ਚੱਲ ਕੇ ਪਹੁੰਚ ਜਾਂਦੇ ਨੇ। ਕੁਝ ਪੱਕੇ ਰਹਿੰਦੇ, ਕੁਝ ਆ ਜਾਂਦੇ ਹਨ ਨੇੜੇ ਪਿੰਡਾਂ ਤੋਂ। ਦਰਸ਼ਨ ਕਰ ਅਭਿਮਤ ਫਲ ਪਾਵੇ। ਸਤਿਗੁਰਾਂ ਜੀ ਦੇ ਦਰਸ਼ਨ ਕਰਕੇ ਸ੍ਰੇਸ਼ਟ ਮਤ ਪ੍ਰਾਪਤ ਕਰਦੇ ਨੇ। ਗੁਰੂ ਦੇ ਦਰਸ਼ਨਾਂ ਦਾ ਇਹ ਫਲ ਹੈ, ਸ੍ਰੇਸ਼ਟ ਮਤ ਦੀ ਪ੍ਰਾਪਤੀ ਹੋਣੀ। ਕਿਤ ਕਰੈ ਸੇਵਾ ਉਰ ਧਾਰੇ। ਕਈ ਸਤਿਗੁਰਾਂ ਜੀ ਦੇ ਕੋਲ ਰਹਿੰਦੇ ਨੇ, ਸੇਵਾ ਦੀ ਭਾਵਨਾ ਰੱਖਦੇ ਨੇ ਮਨ 'ਚ। ਕਿਤਕ ਬਚਨ ਸੁਨ ਸਦਨ ਸਿਧਾਰੇ। ਕਈ ਸਤਿਗੁਰਾਂ ਜੀ ਦੇ ਬਚਨ ਸੁਣ ਕੇ ਜਿਹੜੇ ਨੇੜੇ ਨੇੜੇ ਦੇ ਆ ਉਹ ਚਲੇ ਜਾਂਦੇ ਹਨ। ਤੀਗ ਚਲੇ ਸਭ ਕਾਲ ਵਿਸ਼ਾਲਾ। ਸਤਿਗੁਰਾਂ ਜੀ ਦਾ ਜਿਹੜਾ ਲੰਗਰ ਹੈ ਉਹ ਹਰ ਵਕਤ ਚੱਲਦਾ ਹੈ ਕਰਤਾਰਪੁਰ ਦੇ ਵਿੱਚ। ਐਸੀ ਬਾਂਦੀ ਰੀਤ ਕਿਰਪਾਲਾ। ਜੀ ਮਰਿਆਦਾ ਗੁਰੂ ਨਾਨਕ ਸਾਹਿਬ ਜੀ ਨੇ ਬੰਨਣਾ ਕੀਤੀ। ਪੁਨ ਪਸਚਮ ਦਿਸ਼ ਜਾਵਨ ਹੇਤੂ। ਇਹ ਸਤਿਗੁਰਾਂ ਜੀ ਨੇ ਵਿਚਾਰ ਬਣਾਇਆ ਪੱਛਮ ਵੱਲ ਜਾਣ ਦਾ। ਬੇਤਿਆਰ ਬੇਦੀ ਕੁਲ ਕੇਤੂ। ਉਧਰ ਪ੍ਰਚਾਰ ਕਰਨ ਦੇ ਲਈ ਸਤਿਗੁਰੂ ਜੀ ਤਿਆਰ ਹੋਏ ਨੇ। ਧਰਮਸ਼ਾਲ ਜੋ ਅਧਿਕ ਸੁਹਾਵਨ। ਸੋਹਣੀ ਧਰਮਸਾਲ ਬਣਾਉਣਾ ਕੀਤੀ ਕਰਤਾਰਪੁਰ ਦੇ ਵਿੱਚ। ਇਸ ਮੈਂ ਕੀਏ ਸਤ ਸੰਗ ਟਿਕਾਵਨ। ਤੇ ਪੱਕੇ ਤੌਰ ਤੇ ਸਤ ਸੰਗਤ ਟਿਕਾ ਦਿੱਤਾ ਵੀ ਇੱਥੇ ਸਤ ਸੰਗਤ ਹੁੰਦਾ ਰਹੇਗਾ ਸਦੀਵੀ ਹਰ ਵਕਤ। ਇੱਕ ਮੋਕੋ ਦੂਸਰ ਮਰਦਾਨਾ। ਇੱਕ ਮੈਂ ਤੇ ਭਾਈ ਬਾਲਾ ਜੀ ਕਹਿੰਦੇ ਤੇ ਦੂਸਰੇ ਭਾਈ ਮਰਦਾਨਾ ਜੀ। ਸੰਗ ਲਏ ਕੀਨੋ ਪ੍ਰਸਥਾਨਾ। ਸਾਨੂੰ ਲੈ ਕੇ ਸਤਿਗੁਰੂ ਜੀ ਇੱਥੋਂ ਚੱਲੇ ਹਨ ਕਰਤਾਰਪੁਰ ਤੋਂ। ਪ੍ਰੇਮ ਕੀਓ ਮਿਲ ਸੰਗਤ ਸਭਈ। ਇਸ ਵਾਰ ਅਸੀਂ ਤਿਆਰ ਹੋਏ, ਸਾਰੀ ਸੰਗਤ ਨੇ ਬੜਾ ਪ੍ਰੇਮ ਜਤਾਇਆ। ਸਤਿਗੁਰ ਦਈ ਧੀਰ ਕਹਿ ਤਬਈ। ਸਾਰਿਆਂ ਨੂੰ ਸਤਿਗੁਰਾਂ ਜੀ ਨੇ ਧੀਰਜ ਦਿੱਤਾ। ਕਿਤਕ ਦਿਵਸ ਮੈਂ ਮਿਲੇ ਬਹੋਰੀ। ਪਾਤਸ਼ਾਹ ਜੀ ਕਹਿੰਦੇ ਭਾਈ ਕੁਝ ਦਿਨਾਂ ਦੀ ਗੱਲ ਹੈ,
ਆਉਨੇ ਅਸੀਂ ਮਿਲਦੇ ਆ ਤੁਹਾਨੂੰ। ਕਰੋ ਕੀਰਤਨ ਸਭ ਇਸ ਤੇ ਠੌਰੀ। ਜਿਹੜੀ ਤੁਹਾਨੂੰ ਹੁਣ ਮਰਿਆਦਾ ਦੱਸੀ ਹੈ ਕਥਾ ਕੀਰਤਨ ਦੀ, ਕਿਰਤ ਕਰਨ ਦੀ, ਉਹਦੇ ਵਿੱਚ ਰਹੋ, ਉਹ ਕਮਾਓ ਤੇ ਆਪਣਾ ਭਲਾ ਕਰ ਲੋ। ਮੰਦ ਮੰਦ ਗਮਨੇ ਜਗ ਸਾਈ। ਸਹਿਜੇ ਸਹਿਜੇ ਬੜੇ ਆਰਾਮ ਦੇ ਨਾਲ ਜਗਤ ਦੇ ਮਾਲਕ ਸਤਿਗੁਰੂ ਜੀ ਜਾਂਦੇ ਹਨ। ਮੈਂ ਮਰਦਾਨਾ ਪਾਛੇ ਜਾਈ। ਮੈਂ ਤੇ ਭਾਈ ਮਰਦਾਨਾ ਜੀ ਸਤਿਗੁਰਾਂ ਜੀ ਦੇ ਪਿੱਛੇ ਪਿੱਛੇ ਜਾ ਰਹੇ ਹਾਂ। ਪੁਰ ਸਿਆਲ ਕੋਟ ਨਾਮ ਜਿਸ ਕੇਰਾ। ਸਤਿਗੁਰੂ ਜੀ ਪਹੁੰਚਦੇ ਹਨ ਨਗਰ ਦੇ ਵਿੱਚ ਜਿਹਦਾ ਨਾਮ ਹੈ ਸਿਆਲਕੋਟ। ਜਾਏ ਵੈਰ ਤੈ ਕੀਨੋ ਡੇਰਾ। ਆਪਣੇ ਸੁਭਾਅ ਦੇ ਮੁਤਾਬਕ ਸਤਿਗੁਰੂ ਜੀ ਨਗਰ ਤੋਂ ਬਾਹਰ ਡੇਰਾ ਕਰਦੇ ਨੇ, ਉਤਾਰਾ ਕਰਦੇ ਨੇ। ਕਿਤਕ ਕਾਲ ਜਬ ਬੈਸ ਬਿਤਾਇਓ। ਜਦੋਂ ਕੁਝ ਸਮਾਂ ਬਿਤਾਇਆ ਇੱਥੇ ਬੈਠੇ ਆ। ਮਰਦਾਨੇ ਸੋ ਬਚਨ ਅਲਾਇਓ। ਭਾਈ ਮਰਦਾਨਾ ਜੀ ਨੂੰ ਸਤਿਗੁਰੂ ਜੀ ਕਹਿਣ ਲੱਗੇ, ਹੇਮ ਟਕਾ ਪੁਰ ਮੈਂ ਲੈ ਜਾਵੋ। ਸਤਿਗੁਰੂ ਜੀ ਕਹਿੰਦੇ ਭਾਈ ਇੱਕ ਟਕਾ ਹੈ ਸੋਨੇ ਦਾ, ਉਹ ਲੈ ਜਾ ਨਗਰ ਦੇ ਵਿੱਚ। ਸਾਚ ਝੂਠ ਮੁੱਲ ਤੈ ਤੇ ਲਿਆਵੋ। ਇਹਦਾ ਸੱਚ ਤੇ ਝੂਠ ਖਰੀਦ ਕੇ ਲਿਆਉਣਾ ਹੈ। ਆਇ ਸਮਾਨ ਲੀਨ ਮਰਦਾਨੇ। ਭਾਈ ਮਰਦਾਨਾ ਜੀ ਹੁਕਮ ਮੰਨ ਕੇ ਟਕਾ ਲੈਂਦੇ ਨੇ। ਗਮਨਿਓ ਪੁਰ ਬਾਜ਼ਾਰ ਜੈ ਥਾਨੇ। ਸਿਆਲਕੋਟ ਦੇ ਬਾਜ਼ਾਰ ਦੇ ਵਿੱਚ ਭਾਈ ਮਰਦਾਨਾ ਜੀ ਚਲੇ ਜਾਂਦੇ ਨੇ। ਪੂਜਨ ਲਗਾ ਹਾਟ ਪਰ ਸੋਈ। ਦੁਕਾਨ ਤੇ ਜਾ ਕੇ ਪੁੱਛਦੇ ਹਨ ਦੁਕਾਨਦਾਰ ਨੂੰ, ਤੁਮ ਟਿਗ ਸਾਚ ਝੂਠ ਜੇ ਹੋਈ। ਇਹ ਤੁਹਾਡੇ ਕੋਲ ਸੱਚ ਤੇ ਝੂਠ ਹੈਗਾ। ਏਕ ਟਕਾ ਕੰਚਨ ਕੋ ਲੀਜੈ। ਆ ਮੇਰੇ ਕੋਲੋਂ ਇੱਕ ਟਕਾ ਲੈ ਲਓ ਸੋਨੇ ਦਾ। ਇਸ ਕੋ ਸਾਚ ਝੂਠ ਮੁਝ ਦੀਜੈ। ਇਹਦਾ ਸੱਚ ਤੇ ਝੂਠ ਮੈਨੂੰ ਦੇ ਦਿਓ। ਸਭ ਬਾਜ਼ਾਰ ਬੁਝਿਓ ਫਿਰ ਸੋ। ਸਾਰੇ ਬਾਜ਼ਾਰ ਦੇ ਵਿੱਚ ਭਾਈ ਮਰਦਾਨਾ ਜੀ ਫਿਰਦੇ ਨੇ। ਸੁਨ ਬਿਸਮੈ ਨੈ ਮਾਨੇ ਕੋ। ਹਰ ਇੱਕ ਸੁਣਨ ਵਾਲਾ ਹੈਰਾਨ ਹੋ ਜਾਂਦਾ ਹੈ, ਕੋਈ ਨਹੀਂ ਗੱਲ ਨੂੰ ਮੰਨਦਾ। ਇੱਕ ਬਨੀਆ ਪੁਨ ਬੂਝਿਓ ਜਬਈ। ਫਿਰ ਉਹਨਾਂ ਦੁਕਾਨਦਾਰ ਨੇ ਕਿਹਾ ਵੀ ਇਹ ਬੰਦੇ ਦੇ ਕੱਪੜਿਆਂ ਤੋਂ ਲੱਗਦਾ ਹੈ ਵੀ ਇਹ ਕੋਈ ਧਰਮ ਦੀ ਗੱਲ ਹੋਣੀ। ਤੇ ਆਪਣੇ ਇੱਕੋ ਹੀ ਬੰਦਾ ਜਿਹੜਾ ਇਹੋ ਜਿਹੀਆਂ ਗੱਲਾਂ ਕਰਦਾ ਹੁੰਦਾ ਹੈ, ਉਹਦੇ ਬਾਰੇ ਪਤਾ ਸੀ ਸਾਰਿਆਂ ਨੂੰ। ਥੋੜਾ ਜਿਹਾ ਹਟਵਾ ਸੀ ਬਾਜ਼ਾਰ ਤੋਂ, ਤੇ ਸਾਰਿਆਂ ਨੇ ਕਿਹਾ ਵੀ ਤੂੰ ਉਹਦੇ ਕੋਲ ਜਾ ਕੇ ਵੇਖ ਲੈ, ਮੂਲਾ ਉਹਦਾ ਨਾਂ ਹੈ। ਤੇ ਭਾਈ ਮਰਦਾਨਾ ਜੀ ਫਿਰ ਉਹਦੀ ਦੁਕਾਨ 'ਚ ਚਲੇ ਜਾਂਦੇ ਨੇ। ਤਿਸਨੇ ਟਕਾ ਲੀਨ ਕਰ ਤਬਈ। ਉਹਨੇ ਕਾਗਜ਼ ਪੜਿਆ ਤੇ ਟਕਾ ਲੈ ਲਿਆ। ਕਾਗਜ਼ ਪਰ ਲਿਖ ਦੀਨੋ ਤਾਈ। ਉਸੇ ਕਾਗਜ਼ ਦੇ ਪਿੱਛੇ ਉਸਨੇ ਲਿਖ ਦਿੱਤਾ, ਜੀਵਨ ਝੂਠ ਮਰਨ ਸੱਚ ਆਈ। ਉਹਨੇ ਕਿਹਾ ਵੀ ਜਿਹੜਾ ਜੀਵਨ ਹੈ ਉਹ ਝੂਠ ਹੈ ਤੇ ਮਰਨਾ ਸੱਚ ਹੈ। ਲੈ ਮਰਦਾਨਾ ਮੁਰਿਓ ਬਹੋਰੀ। ਭਾਈ ਮਰਦਾਨਾ ਜੀ ਉਹ ਕਾਗਜ਼ ਲੈ ਕੇ ਸਤਿਗੁਰਾਂ ਜੀ ਦੇ ਕੋਲ ਵਾਪਸ ਆ ਜਾਂਦੇ ਨੇ। ਆਇਓ ਹੁਤੇ ਪ੍ਰਭੂ ਜੈ ਠੌਰੀ। ਜਿਸ ਥਾਂ ਤੇ ਸਤਿਗੁਰੂ ਜੀ ਬੈਠੇ ਹਨ, ਕਹਿਣ ਲੱਗਿਓ ਮੈਂ ਫਿਰਿਓ ਕਨੇਰਾ। ਸਤਿਗੁਰੂ ਜੀ ਕਹਿੰਦੇ ਮਰਦਾਨੇ ਵਾਹਵਾ ਦੇਰ ਲੱਗ ਗਈ। ਕਹਿਣ ਲੱਗੇ ਮਹਾਰਾਜ ਸਾਰਾ ਬਾਜ਼ਾਰ ਘੁੰਮਿਆ, ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਲਿਖਿਆ ਹੋਇਆ ਕੀ ਹੈ ਉਹਦੇ ਉੱਤੇ। ਗੁਰੂ ਨਾਨਕ ਸਾਹਿਬ ਜੀ ਦਾ ਲਿਖਿਆ ਹੋਇਆ ਇੰਨੀ ਛੇਤੀ ਥੋੜੀ ਸਮਝ ਆਉਂਦਾ। 550 ਸਾਲ ਤਾਂ ਆਪਾਂ ਨੂੰ ਹੋ ਕੇ ਪੜ੍ਹਦੇ ਜਪਜੀ ਸਾਹਿਬ, ਹੁਣ ਤੱਕ ਨਹੀਂ ਆਇਆ ਸਮਝ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਬਾਬੇ ਦਾ ਲਿਖਿਆ ਕਿਤੇ ਸਮਝ ਆਉਂਦਾ? ਆ ਗਿਆ ਸਮਝ? ਇੱਕ ਵੀ ਗੱਲ ਨਹੀਂ ਆਈ, ਇੱਕ ਵੀ ਨਹੀਂ ਆਈ। 5 ਪੌੜੀਆਂ ਦੀ ਸਮਝ ਦੇ ਵਿੱਚ ਆਈਆਂ ਹਾਲੇ ਤੱਕ ਵੀ। ਕੀ ਕਹਿੰਦਾ ਬਾਬਾ? ਕਹਿੰਦਾ ਪਾਤਸ਼ਾਹ ਤੁਹਾਡੀ ਲਿਖਾਈ ਕਿਹੋ ਜੀ, ਕਿਸੇ ਨੂੰ ਸਮਝ ਵਿੱਚ ਨਹੀਂ ਆਉਂਦੀ। ਸਾਰਾ ਬਾਜ਼ਾਰ ਫਿਰਿਆ, ਫੇਰ ਕਿਤੇ ਇੱਕ ਬੰਦਾ ਮਿਲਿਆ। ਕਿਸ ਕੇ ਪਾਸ ਨਾ ਸੌਦਾ ਹੀਰਾ। ਨਹੀਂ ਮਿਲਿਆ ਕਿਸੇ ਦੇ ਕੋਲੋਂ ਸੌਦਾ ਮੈਨੂੰ ਤੁਹਾਡਾ। ਸੁਨ ਇੱਕ ਬਨੀਏ ਮੁਝ ਕੋ ਦੀਨੋ। ਫੇਰ ਬਾਜ਼ਾਰ ਵਾਲਿਆਂ ਨੇ ਮੈਨੂੰ ਇੱਕ ਬਾਣੀਏ ਕੋਲ ਭੇਜਿਆ।
ਜਦੋਂ ਉਹਦੇ ਕੋਲ ਗਿਆ ਮੈਂ, ਇਹ ਕਾਗਜ਼ ਪੜ ਕੇ ਲਿਓ ਚੀਨੋ। ਉਹਨੇ ਸਮਝਿਆ ਤੇ ਸਮਝ ਕੇ ਬਿਕ ਬੋਲੇ ਬੇਦੀ ਕੁਲ ਟੀਕਾ। ਉਹਨੇ ਫਿਰ ਆ ਦਿੱਤਾ ਲਿਖ ਕੇ ਸੌਦਾ ਤੁਹਾਡਾ ਵੇਖ ਲਓ। ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਨਿਸ਼ਚੇ ਆਨਿਓ ਸੌਦਾ ਨੀਕਾ। ਸਤਿਗੁਰੂ ਜੀ ਕਹਿੰਦੇ ਵੀ ਸੌਦਾ ਠੀਕ ਹੈ। ਸੌਦਾ ਤਾਂ ਨੀਚੇ ਨਾਲ ਕਿਹਾ ਜਾਂਦਾ ਵੀ ਹਾਂ ਇਹੀ ਸੀ। ਜਵਾਬ ਤਾਂ ਉਹਨੇ ਸਹੀ ਦਿੱਤਾ ਬੰਦੇ ਨੇ। ਜੋ ਪ੍ਰੰਤ ਹੈ ਵੇਚਨ ਹਾਰੋ। ਪਰ ਜਿਹੜੇ ਬੰਦੇ ਨੇ ਤੈਨੂੰ ਵੇਚਿਆ, ਜਿਹਨੇ ਤੈਨੂੰ ਦਿੱਤਾ ਲਿਖ ਕੇ, ਤੈਂ ਕੋ ਹਮਰੇ ਨਿਕਟੇ ਹਕਾਰੋ। ਹੁਣ ਭਾਈ ਉਹਨੂੰ ਸਾਡੇ ਕੋਲ ਬੁਲਾ ਕੇ ਲਿਆ। ਗਮਨਿਓ ਤਾਂ ਬੌਰ ਮਰਦਾਨਾ। ਭਾਈ ਮਰਦਾਨਾ ਜੀ ਫਿਰ ਵਾਪਸ ਚਲੇ ਜਾਂਦੇ। ਜਾਏ ਬਨਕ ਸੋ ਬਚਨ ਬਖਾਨਾ। ਜਾ ਕੇ ਦੁਕਾਨਦਾਰ ਨੂੰ ਸਤਿਗੁਰਾਂ ਜੀ ਦਾ ਸੁਨੇਹਾ ਦਿੱਤਾ। ਸੌਦਾ ਤੁਮਨੇ ਦੀਨੋ ਜਾਓ। ਕਹਿੰਦੇ ਭਾਈ ਜਿਹੜਾ ਸੌਦਾ ਤੂੰ ਦਿੱਤਾ ਹੈ ਮੈਨੂੰ, ਪਰਖਿਓ ਖਰਾ ਸਰਾਹਿਓ ਤਾਓ। ਮੇਰੇ ਮਾਲਕ ਨੇ ਉਹਨੂੰ ਪਰਖਿਆ ਤੇ ਨਾਲ ਸਰਾਇਆ ਵੀ ਹੈ ਵੀ ਵਾਕਿਆ ਹੀ ਸੌਦਾ ਖਰਾ ਹੈ। ਵੈਰ ਨਗਰ ਬੈਠੇ ਹੋ ਇੱਕ ਥਾਵਾਂ। ਮੇਰੇ ਪਾਤਸ਼ਾਹ ਬਾਹਰ ਨਗਰ ਤੋਂ ਬੈਠੇ ਹਨ ਇੱਕ ਥਾਂ ਤੇ। ਤੁਝ ਕੋ ਆਪਣੇ ਨਿਕਟ ਬੁਲਾਵਾ। ਹੁਣ ਉਹਨਾਂ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ ਹੈ। ਇੱਕ ਬਾਰ ਚੱਲ ਕੇ ਮਿਲ ਲੀਜੈ। ਇੱਕ ਵਾਰ ਹੁਣ ਉਹਨਾਂ ਨੂੰ ਮਿਲ ਲੈਣਾ ਕਰੋ। ਉਨ ਨਿਜ ਹਾਟੇ ਆਵਨੋ ਕੀਜੈ। ਉਸ ਤੋਂ ਬਾਅਦ ਫਿਰ ਤੁਸੀਂ ਆਪਣੀ ਦੁਕਾਨ ਤੇ ਵਾਪਸ ਆ ਜਾਇਓ। ਸੁਨ ਕੇ ਸ਼ਰੋਨ ਚਲਿਓ ਤੈ ਥਾਈ। ਬਾਣੀਏ ਨੇ ਹੁਕਮ ਸੁਣਿਆ ਤੇ ਨਾਲ ਹੀ ਚੱਲ ਪਿਆ। ਜਹਾਂ ਬਿਰਾਜੇ ਸ਼੍ਰੀ ਜਗ ਸਾਈ। ਇਸ ਥਾਂ ਤੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਭਾਏਮਾਨ ਹਨ। ਦੇਖ ਫਕੀਰ ਵੇਖ ਦੁਖ ਕੰਦਨ। ਉਹਨੇ ਆ ਕੇ ਵੇਖਿਆ ਸਤਿਗੁਰਾਂ ਜੀ ਦਾ ਫਕੀਰਾਂ ਵਾਲਾ ਹੈ। ਕਰੀ ਚਰਨ ਕਮਲਨ ਪਰ ਬੰਦਨ। ਸਤਿਗੁਰਾਂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਪਾਉ ਤਰੇਗਾ ਬੈਠ ਸਮੀਪਾ। ਬੜੀ ਭਾਵਨਾ ਦੇ ਨਾਲ ਬੈਠਿਆ ਸਤਿਗੁਰਾਂ ਜੀ ਦੇ ਕੋਲ। ਬਿਕ ਬੋਲੇ ਬੇਦੀ ਕੁਲ ਦੀਪਾ। ਵੇਖ ਕੇ ਸਤਿਗੁਰੂ ਜੀ ਕਹਿਣ ਲੱਗੇ, ਕਹੋ ਸ਼ਾਹ ਕੋ ਨਾਮ ਤੁਮਾਰਾ। ਸਤਿਗੁਰੂ ਜੀ ਕਹਿੰਦੇ ਸ਼ਾਹ ਜੀ ਨਾਂ ਦੱਸਣਾ ਕਰੋ ਤੁਹਾਡਾ ਕੀ ਹੈ। ਕੈ ਉਪਦੇਸ਼ ਹਿਰਦੇ ਮੈਂ ਧਾਰਾ। ਕਿਹਦਾ ਉਪਦੇਸ਼ ਲੈ ਕੇ ਤੁਸੀਂ ਆਪਣੇ ਅੰਦਰ ਟਿਕਾਇਆ। ਜੀਵਨ ਝੂਠ ਮਰਣਾ ਸੱਚ ਜਾਤਾ। ਕਿ ਤੁਹਾਨੂੰ ਇਸ ਗੱਲ ਦਾ ਸਮਝ ਆ ਗਈ, ਪਤਾ ਚੱਲ ਗਿਆ ਵੀ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ। ਕਿਦੋਂ ਬਣਾਏ ਲਿਖੀਏ ਬਾਤਾ। ਜਾਂ ਫਿਰ ਤੁਸੀਂ ਐਵੇਂ ਹੀ ਗੱਲ ਬਣਾ ਕੇ ਲਿਖ ਦਿੱਤੇ। ਬੋਲੋ ਬਨਿਓ ਦੁਐ ਕਰ ਬੰਦੇ। ਉਹ ਦੁਕਾਨਦਾਰ ਬਾਣੀਆਂ ਹੱਥ ਜੋੜ ਕੇ ਕਹਿਣ ਲੱਗਿਆ, ਕਹੋ ਸਾਚ ਸੁਨ ਸੰਤ ਮੁਕੰਦੇ। ਕਹਿਣ ਲੱਗੇ ਸੰਤ ਜੀ ਆਪ ਜੀ ਮੁਕਤੀ ਦੇ ਦਾਤੇ ਹੋ, ਰੱਬ ਦਾ ਰੂਪ ਜਾਪਦੇ ਹੋ ਤੇ ਮੈਂ ਤੁਹਾਡੇ ਕੋਲ ਝੂਠ ਕੀ ਬੋਲਣਾ ਹੈ। ਸੱਚ ਆਨਾ ਵਾ। ਮੇਰੋ ਨਾਮ ਪਨੇ ਜਗ ਮੂਲਾ। ਕਹਿਣ ਲੱਗੇ ਮਹਾਰਾਜ ਨਾਮ ਮੇਰਾ ਮੂਲਾ ਹੈ। ਗਿਆਨ ਜੋ ਅਸਰਾਵਰ ਅਨਕੂਲਾ। ਤੇ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ ਨਾ, ਇਸ ਗੱਲ ਦਾ ਮੈਨੂੰ ਗਿਆਨ ਹੈ। ਗਿਆਨ ਕਹਿ ਰਿਹਾ ਹੈ, ਇਸ ਗੱਲ ਦਾ ਮੈਨੂੰ ਗਿਆਨ ਹੈ। ਜਿਸ ਕੋ ਚਾਹੋ ਤਿਸੇ ਜਨਾਵੋ। ਬਾਕੀ ਹੁਣ ਜਿਹੜੀ ਅਗਲੀ ਸਮਝ ਉਹ ਤੁਹਾਡੇ ਹੱਥ ਵਿੱਚ ਹੈ। ਤੁਸੀਂ ਜਿਸ ਨੂੰ ਜਣਾ ਚਾਹੋ ਤੇ ਉਹਨੂੰ ਜਣਾ ਦਿਓ। ਗਿਆਨ ਹੈਗਾ ਇਸ ਗੱਲ ਦਾ, ਪਰ ਇਹਦੇ ਵਿੱਚ ਦ੍ਰਿੜਤਾ ਨਹੀਂ ਕੋਈ ਹੈ। ਉਹ ਤੁਹਾਡੇ ਹੱਥ ਵਿੱਚ ਹੈ। ਤੁਸੀਂ ਕਿਰਪਾ ਕਰਕੇ ਜਿਹਨੂੰ ਮਰਜ਼ੀ ਜਣਾ ਦਿਓ। ਸਾਚ ਝੂਠ ਸਭ ਹਿਰਦੇ ਦ੍ਰਿੜਾਵੋ। ਇਹ ਤੁਹਾਡੇ ਹੱਥ ਵਿੱਚ ਹੈ ਸੱਚ ਤੇ ਝੂਠ ਦਾ ਨਿਰਣਾ ਕਰਨਾ, ਦ੍ਰਿੜ ਕਰਵਾਉਣਾ ਸੱਚ। ਦਰਬ ਲੋਭ ਹਿਰਦੇ ਮੁਝ ਭਾਰੀ। ਕਹਿਣ ਲੱਗੇ ਮਹਾਰਾਜ ਪਹਿਲੀ ਗੱਲ ਇਹ ਹੈ ਵੀ ਸਾਡਾ ਜਿਹੜਾ ਕੰਮ ਹੈ ਉਹਦੇ ਮੁਤਾਬਕ ਸਭ ਤੋਂ ਪਹਿਲਾਂ ਮਾਇਆ ਹੈ। ਮਾਇਆ ਦਾ ਬੜਾ ਲਾਲਚ ਰਹਿੰਦਾ ਹੈ। ਹੋਰ ਆ ਜਾਵੇ, ਹੋਰ ਆ ਜਾਵੇ, ਹੋਰ ਆ ਜਾਵੇ।
ਇਸ ਲਈ ਮੈਂ ਆਪ ਜੀ ਨੂੰ ਪਹਿਲਾਂ ਦੱਸ ਰਿਹਾ ਵੀ ਮੇਰੇ ਮਨ ਦੇ ਉੱਤੇ ਜਿਹੜਾ ਅਸਰ ਹੈ ਨਾ ਉਹ ਲਾਲਚ ਦਾ ਹੈ, ਲੋਭੀ ਬੰਦਾ ਮੈਂ। ਇਹ ਸੱਚੀ ਗੱਲ ਆਪ ਜੀ ਨੂੰ ਦੱਸ ਰਿਹਾ। ਮਾਇਆ ਦੀ ਖਿੱਚ ਮੇਰੇ ਮਨ ਤੇ ਭਾਰੂ ਹੈ, ਕਾਗਦਪੁਰ ਲਿਖ ਦੀਨ ਸਵਾਰੀ। ਇਸ ਕਰਕੇ ਮੈਂ ਸਿਰਫ ਤੁਹਾਡੇ ਕਿ ਜਿਹੜਾ ਲਿਖਿਆ ਹੋਇਆ ਉਹਦੇ ਵਿੱਚੋਂ ਹੀ ਬਾਤ ਜਿੰਨੀ ਕਿ ਮੈਨੂੰ ਸੋਝੀ ਹੋਈ ਮੈਂ ਲਿਖ ਕੇ ਦੇ ਦਿੱਤਾ। ਆਪਣੇ ਵੱਲੋਂ ਕੁਝ ਨਹੀਂ ਹੈ, ਲਿਖਿਆ ਹੋਇਆ ਤਾਂ ਤੁਸੀਂ ਹੋ ਹੈ, ਉਹਦੇ ਚੋਂ ਲਿਖਿਆ ਹੈ। ਬਾਕੀ ਮੈਨੂੰ ਕਿਹੜਾ ਗਿਆਨ ਹੋਣਾ, ਮੈਂ ਲਾਲਚੀ ਬੰਦਾ। ਗਿਆਨ ਹੈ ਪਰ ਦ੍ਰਿੜਤਾ ਨਹੀਂ ਹੈ। ਇਹ ਹੁਣ ਤੁਹਾਡੀ ਮਰਜ਼ੀ ਹੈ। ਹਿਰਦੇ ਸਦਾ ਚਾਹ ਤੋਂ ਐਸੇ, ਚਾਹੁੰਦਾ ਹੈ ਮਨ ਦੇ ਵਿੱਚ ਹਮੇਸ਼ਾ ਇਸ ਤਰ੍ਹਾਂ, ਕਾਗਦ ਪਰ ਲਿਖ ਭੇਜੀ ਜੈਸੇ। ਜੋ ਆਪ ਜੀ ਨੂੰ ਲਿਖ ਕੇ ਭੇਜਿਆ ਮੈਂ ਆਪਣੇ ਵੱਲੋਂ, ਦਿੜ ਅਭਿਆਸ ਨ ਮਨ ਮੈਂ ਹੋ। ਪਰ ਦ੍ਰਿੜਤਾ ਨਹੀਂ ਹੈ, ਕਿਉਂਕਿ ਦ੍ਰਿੜਤਾ ਅਭਿਆਸ ਤੋਂ ਬਿਨਾਂ ਹੁੰਦਾ ਨਹੀਂ ਨਾ। ਜਿਹੜੀ ਪਰਪੱਕਤਾ ਹੈ ਉਹ ਅਭਿਆਸ ਦੇ ਨਾਲ ਹੈ, ਸੋ ਉਹ ਨਹੀਂ ਹੈ। ਨਾ ਅਭਿਆਸ ਨਾ ਦ੍ਰਿੜਤਾ। ਜਬ ਲੋ ਮਿਲੇ ਸੰਤ ਨੇ ਕੋ, ਇਹ ਉਦੋਂ ਤੱਕ ਹੋ ਵੀ ਨਹੀਂ ਸਕਦਾ ਜਦੋਂ ਤੱਕ ਪੂਰਨ ਸੰਤ ਪੂਰਨ ਗੁਰੂ ਨਹੀਂ ਮਿਲਦਾ। ਸੁਨ ਕੇ ਸ੍ਰੀ ਗੁਰ ਤੈ ਸੋ ਪਾਖਾ। ਸਤਿਗੁਰਾਂ ਜੀ ਨੇ ਦੇਖਿਆ ਵੀ ਬੰਦਾ ਸੱਚ ਬੋਲਦਾ ਹੈ, ਕੋਈ ਗੱਲ ਛੁਪਾ ਤਾਂ ਨਹੀਂ ਰਿਹਾ ਨਾ। ਚਾਹੇ ਮਾੜਾ ਹੀ ਹੈ, ਕਹਿ ਤਾਂ ਰਿਹਾ ਨਾ ਵੀ ਮਾੜਾ ਹੈਗਾ ਹੈ ਮਾੜਾ, ਪਰ ਆਪਣੇ ਆਪ ਨੂੰ ਚੰਗਾ ਸਾਬਤ ਕਰਨਾ ਉਹ ਠੀਕ ਨਹੀਂ ਹੈ। ਮਾੜਾ ਤੇ ਮਾੜਾ ਠੀਕ ਹੈ, ਇਹ ਇਮਾਨਦਾਰੀ ਹੈ ਵੀ ਮਾੜੇ ਆ ਤੇ ਮਾੜੇ ਆ ਭਾਈ, ਚੰਗੇ ਕੋਈ ਨਹੀਂ। ਹਾਂ ਜਿਹੋ ਜੇ ਵੀ ਹਾਂ ਤੁਹਾਡੇ ਸਾਹਮਣੇ। ਸਤਿਗੁਰਾਂ ਜੀ ਨੇ ਬਾਣੀ 'ਚ ਕਹਿਤਾ ਕਿ ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਚਾਹੇ ਚੰਗੇ ਆ ਚਾਹੇ ਮਾੜੇ ਆ, ਪਰ ਹੈ ਤੁਹਾਡੇ ਆ। ਸੋ ਇਮਾਨਦਾਰੀ ਹੈ, ਗੱਲ ਚੰਗੇ ਦੀ ਨਹੀਂ, ਗੱਲ ਮਾੜੇ ਦੀ ਹੈ, ਗੱਲ ਇਮਾਨਦਾਰੀ ਦੀ ਵੀ ਜੋ ਵੀ ਹੈ ਸਾਹਮਣੇ ਰੱਖ ਦੂ। ਪਤਾ ਤੇ ਹੈ ਹੀ ਆ, ਉਹਨੂੰ ਛੁਪਾ ਤੇ ਸਕਦੇ ਨਹੀਂ। ਪਾਤਸ਼ਾਹ ਜੀ ਨੇ ਉਹਦੀ ਇਮਾਨਦਾਰੀ ਦੇਖੀ, ਬੰਦਾ ਬਿਲਕੁਲ ਸੱਚ ਬੋਲ ਰਿਹਾ ਹੈ। ਤੇ ਜਦੋਂ ਉਹਨੇ ਇਹ ਗੱਲ ਕਹੀ ਤਾਂ ਸਤਿਗੁਰੂ ਜੀ ਕਹਿਣ ਲੱਗੇ, ਉਰ ਮੈਂ ਲਖੋ ਜੇ ਆਸੇ ਅਭਿਲਾਖਾ। ਸਤਿਗੁਰੂ ਜੀ ਕਹਿੰਦੇ ਭਾਈ ਜੇ ਤੇਰੇ ਮਨ ਦੇ ਵਿੱਚ ਇਹ ਅਭਿਲਾਖਾ ਹੈ, ਜਗਿਆਸਾ ਹੈ, ਇੱਛਾ ਹੈ, ਤੋ ਤੁਮ ਰਹੋ ਹਮਾਰੇ ਸਾਥਾ। ਤਾਂ ਫਿਰ ਸਤਿਗੁਰੂ ਜੀ ਕਹਿੰਦੇ ਵੀ ਤੈਨੂੰ ਨਾ ਸਾਡੇ ਨਾਲ ਰਹਿਣਾ ਪੈਣਾ ਹੈ, ਕਿਉਂਕਿ ਜੇ ਸਾਧ ਸੰਗਤ ਕਰਨੀ ਫਿਰ ਗੁਰੂ ਦੇ ਨਾਲ ਹੀ ਰਹਿਣਾ ਪੈਣਾ। ਤੈਨੂੰ ਰਹਿਣਾ ਪਵੇਗਾ ਸਾਡੇ ਨਾਲ। ਇੱਛਾ ਪੂਰੇ ਸ਼੍ਰੀ ਜਗਨਾਥਾ। ਤੇ ਜੇ ਤੂੰ ਸਾਡੇ ਨਾਲ ਰਹਿਣਾ ਤਾਂ ਸਤਿਗੁਰੂ ਜੀ ਕਹਿੰਦੇ ਵੀ ਤੇਰੀ ਇਹ ਭਾਵਨਾ ਪਰਮਾਤਮਾ ਪੂਰੀ ਕਰ ਦੇਗਾ। ਇਹ ਨੁਕਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਤੇ ਵੀ ਦਾਅਵਾ ਨਹੀਂ ਕੀਤਾ ਵੀ ਅਸੀਂ ਤੁਹਾਡੇ ਕੰਮ ਦੀ ਗਰੰਟੀ ਕਰਦੇ। ਉਹਨਾਂ ਨੇ ਕਿਹਾ ਵੀ ਗੱਲ ਸਾਡੀ ਮੰਨ ਲਓ, ਪਰਮਾਤਮਾ ਤੁਹਾਡਾ ਕਾਰਜ ਜ਼ਰੂਰ ਕਰੇਗਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਡੀ ਗੱਲ ਮੰਨੋ, ਤੁਹਾਡਾ ਕੰਮ ਪਰਮੇਸ਼ਰ ਪੱਕਾ ਕਰੇਗਾ। ਤੁਹਾਨੂੰ ਕੀ ਚਾਹੀਦਾ ਪਰਮਾਤਮਾ ਕੋਲੋਂ ਦਵਾ ਦਿੰਦੇ, ਪਰ ਸਾਡੀ ਗੱਲ ਤੇ ਮੰਨੋ ਨਾ, ਕਿਉਂਕਿ ਮੰਜ਼ਿਲ ਤੇ ਜਾਣ ਵਾਸਤੇ ਰਸਤਾ ਹੈ। ਗੁਰੂ ਨੇ ਦੱਸਤਾ ਵੀ ਉਹ ਮੰਜ਼ਿਲ ਹੈ, ਰਸਤਾ ਇਹ ਹੈ। ਜੇ ਆਪਾਂ ਹੁਣ ਤੁਰ ਪਏ ਤੇ ਮੰਜ਼ਿਲ ਤੇ ਪਹੁੰਚ ਜਾਾਂਗੇ, ਪਰ ਜੇ ਆਪਾਂ ਤੁਰੇ ਨਹੀਂ ਫਿਰ ਮੰਜ਼ਿਲ ਤੇ ਤਾਂ ਨਹੀਂ ਪਹੁੰਚ ਸਕਦੇ। ਇਸ ਲਈ ਕਿਤੇ ਵੀ ਸਤਿਗੁਰੂ ਜੀ ਆਪਣੇ ਸਿਰ ਤੇ ਨਹੀਂ ਲੈਂਦੇ ਗੱਲ, ਸਾਰੀ ਗੱਲ ਪਰਮਾਤਮਾ ਦੇ ਨਾਂ ਤੇ ਲੈਂਦੇ ਵੀ ਵਾਹਿਗੁਰੂ ਹੈ, ਕਰਤਾਰ ਹੈ। ਫਿਰ ਜਿਹੜੀਆਂ 9 ਪਾਤਸ਼ਾਹੀਆਂ ਨੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਜੀ ਤੱਕ, ਉਹ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਲੈਂਦੇ ਆ ਵੀ ਭਾਈ ਤੂੰ ਗੁਰੂ ਨਾਨਕ ਦੇ ਦਰ ਤੇ ਆਇਆ, ਖਾਲੀ ਨਹੀਂ ਜਾਂਦਾ, ਤੇਰਾ ਕਾਰਜ ਹੋ ਜਾਏਗਾ। ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਦੀ ਗੱਲ ਕਰਦੇ ਆ ਤੇ 9 ਗੁਰੂ ਸਾਹਿਬਾਨ ਜੀ ਫਿਰ ਗੁਰੂ ਨਾਨਕ ਦੀ ਗੱਲ ਕਰਦੇ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ। ਤੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਜੇ ਸਾਡੇ ਨਾਲ ਰਹੇਗਾ ਨਾ, ਸੰਗਤ ਕਰੇਗਾ, ਫਿਰ ਯਕੀਨ ਕਰ ਕਿ ਵਾਹਿਗੁਰੂ ਜੀ ਤੈਨੂੰ ਯਕੀਨ ਕਰਾ ਦੇਣਗੇ ਇਸ ਗੱਲ ਦਾ ਇਹ ਵਾਕਿਆ ਹੀ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ। ਇਹ ਤੇਰੀ ਅਭਿਲਾਖਾ ਪੂਰੀ ਕਰੇਗਾ ਵਾਹਿਗੁਰੂ
ਜੇ ਭਾਈ ਸਾਡੇ ਨਾਲ ਰਹਿੰਦਾ, ਸਾਡੀ ਗੱਲ ਮੰਨਦਾ ਹੈ। ਬਚਨ ਮਾਨ ਕੈ ਤਬਈ ਮੂਲਾ। ਮੂਲੇ ਨੇ ਸਤਿਗੁਰਾਂ ਜੀ ਦਾ ਬਚਨ ਮੰਨ ਲਿਆ, ਉਸੇ ਵਕਤ ਚਲਿਓ ਸੰਗ ਲਖ ਗੁਰ ਅਨਕੂਲਾ। ਉਹਨੇ ਕਿਹਾ ਵੀ ਠੀਕ ਹੈ, ਵੀ ਚੱਲਦੇ ਆ ਸਤਿਗੁਰਾਂ ਜੀ ਦੇ ਨਾਲ। ਉੱਥੋਂ ਹੀ ਗੁਰੂ ਜੀ ਨਾਲ ਹੋ ਤੁਰਦਾ ਹੈ। ਗਮਨੇ ਆਨ ਥਾਨ ਜਗ ਸਾਈ। ਜਗਤ ਦੇ ਮਾਲਕ ਸਤਿਗੁਰੂ ਜੀ ਜਦੋਂ ਸਿਆਲਕੋਟ ਤੋਂ ਅੱਗੇ ਗਏ, ਸਿੱਖਿਆ ਦੇਨੇ ਜੇ ਨਰ ਦੁਖ ਪਾਈ। ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਜਿਹੜੇ ਦੁਖੀ ਹੋ ਰਹੇ ਹਨ। ਏਕ ਨਗਰ ਮੈਂ ਬੈਸੇ ਜਾਈ। ਜਗਤ ਦੇ ਮਾਲਕ ਸਤਿਗੁਰੂ ਜੀ ਜਾਂਦੇ ਜਾਂਦੇ ਇੱਕ ਨਗਰ ਦੇ ਵਿੱਚ ਰੁਕਦੇ ਨੇ, ਆਪਣੇ ਸੁਭਾਅ ਦੇ ਮੁਤਾਬਕ ਬਾਹਰ ਬੈਠਣ। ਜਹਾਂ ਕਨੇਰੇ ਤੁਰਕ ਰਹਾਈ। ਇਹ ਜਿਹੜਾ ਨਗਰ ਹੈ ਇਹ ਸਾਰਾ ਹੀ ਤੁਰਕਾਂ ਦਾ ਨਗਰ ਹੈ। ਚੰਦ ਰਾਤ ਥੀ ਤਿਸ ਦਿਨ ਮਾਈ। ਉਸ ਵਕਤ ਚੰਦਰਮਾ ਦੀ ਦੂਜ ਵਾਲਾ ਦਿਨ ਹੈ, ਚਾਂਦਨੀ ਰਾਤ ਹੈ। ਉਹ ਨਰ ਕੋ ਪਾ ਮੇਲ ਤਹਾਈ। ਬਹੁਤ ਸਾਰੇ ਲੋਕਾਂ ਦਾ ਇੱਥੇ ਇਕੱਠ ਹੋਇਆ ਹੈ। ਪੀਰ ਵਿਸ਼ਾਲ ਭਈ ਇੱਕ ਥਾਈ। ਇੱਕੋ ਹੀ ਥਾਂ ਤੇ ਬਹੁਤ ਸਾਰੇ ਲੋਕੀ ਇਕੱਠੇ ਹੋਏ ਨੇ, ਬੜੀ ਭੀੜ ਹੈ। ਲਏ ਸ਼ੀਰਨੀ ਮਨੁਜ ਚੜਾਈ। ਲੋਕ ਮਿੱਠਾ ਲੈ ਕੇ ਜਾਂਦੇ ਨੇ ਤੇ ਚੜਾਉਂਦੇ ਹਨ। ਇੱਕ ਫਕੀਰ ਦੰਬੀ ਤੈ ਰਹੀ। ਇੱਥੇ ਇੱਕ ਫਕੀਰ ਰਹਿੰਦਾ ਸੀ, ਪਰ ਇਹ ਕਿਸੇ ਨੂੰ ਨਹੀਂ ਸੀ ਪਤਾ ਵੀ ਇਹ ਦੰਭੀ ਹੈ, ਪਖੰਡੀ ਹੈ। ਕਿਉਂਕਿ ਸੰਸਾਰ ਤਾਂ ਕੱਪੜਿਆਂ ਨੂੰ ਵੇਖਦਾ ਹੈ, ਵੀ ਭਾਵੇਂ ਕੱਪੜੇ ਪਾਏ ਹੋਏ ਧਾਰਮਿਕ ਲਿਬਾਸ ਹੈ, ਉਹਨੂੰ ਵੇਖ ਕੇ ਬੰਦਾ ਕਹਿੰਦਾ ਵੀ ਧਾਰਮਿਕ ਬੰਦਾ, ਉਹਨੂੰ ਵੇਖ ਕੇ ਮੱਥਾ ਟੇਕਦਾ। ਪਰ ਹੁਣ ਅਸੀਂ ਅੰਦਰੋਂ ਕੀ ਹੈ ਇਹ ਤਾਂ ਕਿਸੇ ਨੂੰ ਨਹੀਂ ਨਾ ਪਤਾ, ਇਹ ਨਹੀਂ ਪਤਾ। ਸੋ ਲੋਕਾਂ ਦੀ ਨਜ਼ਰ ਵਿੱਚ ਉਹ ਫਕੀਰ ਹੈ, ਪਰ ਵਾਸਤਵ ਦੇ ਵਿੱਚ ਉਹ ਦੰਭੀ ਸੀ, ਪਖੰਡੀ ਸੀ। ਕਿ ਲੋਕੀ ਤਾਂ ਸੱਚਾ ਮੰਨਦੇ ਆ ਉਹਨੂੰ। ਇੱਥੇ ਇੱਕ ਫਕੀਰ ਹੈ ਜਿਹੜਾ ਪਖੰਡ ਕਰਕੇ ਲੋਕਾਈ ਨੂੰ ਕੁਰਾਹੇ ਪਾ ਰਿਹਾ ਹੈ। ਇਹ ਸਭ ਤੋਂ ਵੱਡਾ ਗੁਨਾਹ ਹੈ, ਜਿਹੜਾ ਦੀਨ ਛਡਾਏ ਦੁਨੀ ਜੋ ਲਾਏ, ਬਹੁਤ ਵੱਡਾ ਗੁਨਾਹ ਹੈ। ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਨਗਰ ਦੇ ਵਿੱਚ ਪਹੁੰਚੇ ਹਨ। ਸਭ ਲੋਕਨ ਸੋ ਇਸ ਬਿਦ ਕੈਈ। ਜਦੋਂ ਉੱਥੇ ਸਾਰੇ ਲੋਕਾਂ ਨੂੰ ਵੇਖਿਆ ਤੇ ਉਹਨੇ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਹੋਇਆ ਸੀ, ਲੋਕਾਂ ਨੂੰ ਕਹਿੰਦਾ ਸੀ ਇਹ ਗੱਲ ਦੋਹਰਾ ਦੂਜ ਚਾਂਦ ਕੀ ਰਾਤ ਕੋ ਸ਼ੋ ਆਵੇ ਮੁਝ ਪਾਸ। ਉਹਨੇ ਕੀ ਪ੍ਰਚਾਰ ਕੀਤਾ ਹੋਇਆ ਸੀ? ਉਹ ਕਹਿੰਦਾ ਵੀ ਜਿਹੜੀ ਚਾਂਦਨੀ ਸੋਦੀ ਦੂਜ ਹੈ, ਉਸ ਰਾਤ ਨੂੰ 100 ਮਾਲਕ ਪਰਮੇਸ਼ਰ ਮੇਰੇ ਕੋਲ ਆਉਂਦਾ ਹੈ। ਤੈਂ ਦਰ ਦੁੰਦਪ ਨੋਬਤਾ ਬਾਜਤ ਹੋਤੇ ਹੁਲਾਸ। ਉਸ ਦਿਨ ਫਿਰ ਉਹਦੇ ਦਰਵਾਜ਼ੇ ਦੇ ਅੱਗੇ ਨੌਬਤਾਂ ਛੋਟੇ ਛੋਟੇ ਨਗਾਰੇ ਵੱਜਦੇ ਹੁੰਦੇ ਸਨ। ਤਿਆਰੀ ਕੀਤੀ ਹੁੰਦੀ ਸੀ ਉਹਨੇ ਆਪਣੀ ਪੂਰੀ। ਇਸ ਤਰ੍ਹਾਂ ਤਿਆਰੀ ਕਰਦਾ ਸੀ। ਇੱਕ ਦਿਨ ਪਹਿਲਾਂ ਚੋਪਈ ਰੁਚਰ ਪੁਸ਼ਪ ਕੀ ਸੇਜ ਵਿਛਾਵੇ। ਫਿਰ ਉਹਨੇ ਲੋਕਾਂ ਨੂੰ ਕਹਿਣਾ ਵੀ ਅੱਜ 100 ਨੇ ਆਉਣਾ ਤੇ ਉਹਦੇ ਆਉਣ ਵਾਸਤੇ ਸੇਜਾ ਤਿਆਰ ਕਰਨੀ। ਲੋਕਾਂ ਨੇ ਫੁੱਲ ਲਿਆਉਣੇ ਤੇ ਉਹ ਫੁੱਲਾਂ ਦੀ ਸੇਜ ਤਿਆਰ ਕਰਨੇ। ਨਿਜ ਆਵਾਸ ਬੋ ਦੀਪ ਜਗਾਵੇ। ਫਿਰ ਉਹ ਘਰ ਜਿਹਦੇ ਵਿੱਚ ਉਹ ਰਹਿੰਦਾ ਹੁੰਦਾ ਸੀ ਉਹਦੇ ਵਿੱਚ ਬੜੇ ਦੀਵੇ ਜਗਾਏ ਜਾਂਦੇ ਸਨ। ਸੋ ਸੁਹਾਗਣ ਨਾਮ ਤਰਾਇਓ। ਤੇ ਇਸ ਤਰ੍ਹਾਂ ਉਹਨੇ ਆਪਣਾ ਨਾਮ ਜਿਹੜਾ ਉਹ 100 ਸੁਹਾਗਣ ਰਖਾ ਲਿਆ ਵੀ ਸਹੀ ਰੂਪ ਦੇ ਵਿੱਚ ਮਾਲਕ ਦੀ ਜਿਹੜੀ ਪਤਨੀ ਹੈ ਉਹ ਮੈਂ ਹੀ ਹਾਂ, ਮੈਨੂੰ ਆ ਕੇ ਮਿਲਦਾ। 100 ਸੁਹਾਗਣ ਆਪਣਾ ਨਾਂ ਰਖਾਇਆ ਹੋਇਆ ਸੀ ਲੋਕਾਂ ਦੇ ਵਿੱਚ। ਸਭ ਲੋਕਨ ਮੈਂ ਮਾਨ ਵਧਾਇਓ। ਇਸ ਤਰ੍ਹਾਂ ਬੜਾ ਮਾਣ ਸਤਿਕਾਰ ਸੀ ਉਹਦਾ ਲੋਕਾਂ ਦੇ ਵਿੱਚ। ਮਨੁਜ ਸ਼ੀਰਨੀ ਤਿਸ ਦਿਨ ਲਿਆਵੇ। ਫਿਰ ਲੋਕੀ ਆਉਂਦੇ ਸਨ ਵੀ ਅੱਜ ਇਹਨੂੰ ਰੱਬ ਜੀ ਦੇ ਦਰਸ਼ਨ ਹੋਣੇ ਆ ਤੇ ਆਪਾਂ ਚਲੋ ਰੱਬ ਜੀ ਦਾ ਦਰਸ਼ਨ ਤਾਂ ਨਹੀਂ ਕਰ ਸਕਦੇ, ਇਹਦਾ ਦਰਸ਼ਨ ਕਰਾਂਗੇ ਜਿਹਨੂੰ ਰੱਬ ਦਾ ਦਰਸ਼ਨ ਹੁੰਦਾ ਹੈ। ਤਾਂ ਕਰਕੇ ਫਿਰ ਲੋਕੀ ਇਕੱਠੇ ਹੋਇਆ ਕਰਦੇ ਸਨ ਵੀ ਅੱਜ ਉਹਨੂੰ ਮਾਲਕ ਨੇ ਮਿਲਣਾ, ਉਹ ਰੱਬ ਜੀ ਨੂੰ ਮਿਲ ਕੇ ਰੱਬ ਜੀ ਦਾ ਸੁਨੇਹਾ ਸਾਨੂੰ ਦੇਊਗਾ, ਉਹਦਾ ਦਰਸ਼ਨ ਕਰਾਂਗੇ। ਇਸ ਤਰ੍ਹਾਂ ਗੁੜ ਮਿੱਠਾ ਲੈ ਕੇ
ਉਹਦੇ ਟਿਕਾਣੇ ਤੇ ਲੋਕੀ ਪਹੁੰਚਦੇ ਸਨ। ਹੋਏ ਦੀਨ ਮਨ ਸੀਸ ਨਿਵਾਵੇ, ਤੇ ਬਹੁਤ ਭਾਵਨਾ ਦੇ ਨਾਲ ਮੱਥਾ ਟੇਕਦੇ ਸਨ। ਅੰਤਰ ਜਾਨ ਦਏ ਨੇ ਕਿਸ ਕੋ, ਤੇ ਉਹ ਫਿਰ ਆਪਣੇ ਅੰਦਰ ਕਿਸੇ ਨੂੰ ਜਾਣ ਨਹੀਂ ਸੀ ਦਿੰਦਾ। ਲੋਕੀ ਬਾਹਰੋਂ ਹੀ ਮੱਥਾ ਟੇਕਦੇ ਸਨ, ਅੰਦਰ ਨਹੀਂ ਸੀ ਜਾਣ ਦਿੰਦਾ ਕਿਸੇ ਨੂੰ। ਦਰ ਪਰ ਬੰਧਨ ਕਰਈ ਤਿਸ ਕੋ, ਬਸ ਲੋਕੀ ਆਪਣਾ ਦਰਵਾਜ਼ੇ ਤੇ ਮੱਥਾ ਟੇਕ ਕੇ ਜਾਈ ਜਾਂਦੇ ਸਨ, ਆਈ ਜਾਂਦੇ ਸਨ। ਵੱਡੇ ਨਿਸ਼ਾਨ ਗੱਡੇ ਦਰ ਨੇਰੇ, ਦਰਵਾਜ਼ੇ ਦੇ ਉੱਤੇ ਬਹੁਤ ਵੱਡਾ ਉਹਨੇ ਨਿਸ਼ਾਨ ਝੰਡਾ ਲਾਇਆ ਹੋਇਆ ਸੀ। ਜੈ ਕੈ ਹੋਤ ਉਛਾਹ ਬਦੇਰੇ, ਇਸ ਲਈ ਜਿੱਥੇ ਕਿਤੇ ਪੂਰੇ ਇਲਾਕੇ ਦੇ ਵਿੱਚ ਬੜਾ ਚਾਅ ਹੁੰਦਾ ਸੀ, ਉਤਸ਼ਾਹ ਹੁੰਦਾ ਸੀ ਲੋਕਾਂ ਦੇ ਵਿੱਚ। ਅੰਗਨਾ ਕੇ ਸ਼ਿੰਗਾਰ ਕਰ ਸਾਰੇ, ਇਹ ਫਿਰ ਇਸਤਰੀਆਂ ਵਾਲੇ ਜਿਹੜੇ ਸ਼ਿੰਗਾਰ ਨੇ ਉਹ ਸਾਰੇ ਕਰਦਾ ਹੁੰਦਾ ਸੀ ਪਖੰਡੀ। ਬੈਠੇ ਦੁਰ ਕੈ ਤੂਸ਼ਨ ਤਾਰੇ, ਫਿਰ ਇਹਨੇ ਉਸ ਦਿਨ ਕਮਰੇ ਦੇ ਵਿੱਚ ਚੁੱਪ ਕਰਕੇ ਬੈਠ ਜਾਣਾ। ਦੋਹਰਾ ਪੁੰਜ ਮਨੁਜ ਹੋਏ ਤਹਾਂ ਬਾਜੇ ਬਜੇ ਅਪਾਰ, ਬਹੁਤ ਇਕੱਠ ਹੁੰਦਾ ਹੈ ਤੇ ਉੱਥੇ ਬਾਜੇ ਵੱਜਦੇ ਨੇ, ਬਾਹਰ ਢੋਲ ਵੱਜਦਾ, ਲੋਕੀ ਮੱਥਾ ਟੇਕੀ ਜਾਂਦੇ ਹਨ। ਡੇਰਾ ਕੀਨਾ ਪ੍ਰਭੂ ਤਬ ਇਕ ਤੀਏ ਬ੍ਰਿਧ ਅਗਾਰ, ਇਸ ਨਗਰ ਦੇ ਵਿੱਚ ਸਤਿਗੁਰੂ ਜੀ ਪਹੁੰਚੇ ਲੋਕਾਂ ਨੂੰ ਕੁਰਾਹੇ ਪਿਆਂ ਨੂੰ ਹੋਏ ਉਹਨਾਂ ਸਿੱਧੇ ਰਸਤੇ ਪਾਉਣ ਵਾਸਤੇ। ਕਿੱਥੇ ਸਤਿਗੁਰਾਂ ਜੀ ਨੇ ਦੇਖਿਆ ਵੀ ਕੋਈ ਆ ਨਹੀਂ ਰਿਹਾ, ਜਾ ਨਹੀਂ ਰਿਹਾ, ਨਗਰ ਦੇ ਵਿੱਚ ਦੀ ਲੰਘਣ ਲੱਗੇ ਤਾਂ ਇੱਕ ਬਜ਼ੁਰਗ ਸੀ ਘਰ ਦੀ ਰਾਖੀ ਵਾਸਤੇ ਛੱਡੀ ਹੋਈ, ਤੇ ਉਹਦੇ ਵਿਹੜੇ ਵਿੱਚ ਸਤਿਗੁਰੂ ਜੀ ਬੈਠ ਜਾਂਦੇ ਹਨ। ਚੋਪਈ ਅੰਤਰ ਜਾਮੀ ਸਭ ਵਿਦ ਜਾਨੀ, ਅੰਤਰਜਾਮੀ ਸਤਿਗੁਰੂ ਜੀ ਹਨ ਜੋ ਸਭ ਕੁਝ ਜਾਣਦੇ ਨੇ ਵੀ ਕਿੱਥੇ ਕੀ ਹੋ ਰਿਹਾ ਹੈ। 33 ਆਸਿਓ ਬੋਲੇ ਅਸਬਾਨੀ, ਉਹ ਜਿਹੜੀ ਬੀਬਾ ਜੀ ਘਰੇ ਸਨ ਉਹਨਾਂ ਨੂੰ ਇਸ ਤਰ੍ਹਾਂ ਕਿਹਾ, ਪੁਰ ਕੈ ਬਿਕੈ ਹੋਤ ਕਸ ਸ਼ੋਰਾ, ਕਹਿੰਦੇ ਵੀ ਨਗਰ ਸਾਰਾ ਸੁੰਨ ਮੁੰਨ ਜਿਹਾ ਪਿਆ ਹੈ, ਵੀ ਬਾਹਰੋਂ ਕਿਤੇ ਰੌਲਾ ਨਜ਼ਰ ਸੁਣਾਈ ਦਿੰਦਾ ਹੈ। ਬ੍ਰਿੰਦ ਮਨੁਜ ਹੋਏ ਇੱਕ ਠੋਰਾ, ਕਿਉਂ ਜਾਪਦਾ ਵੀ ਬਹੁਤ ਸਾਰੇ ਲੋਕ ਇਕੱਠੇ ਹੋਏ ਹਨ, ਜਿਵੇਂ ਆਵਾਜ਼ ਆ ਰਹੀ ਹੈ। ਕਹੇ ਤੀਆ ਇਕ ਰਹੇ ਫਕੀਰ, ਤਾਂ ਫਿਰ ਉਹ ਬੀਬੀ ਨੇ ਦੱਸਿਆ, ਕਹਿੰਦੀ ਵੀ ਸੰਤ ਜੀ ਇੱਥੇ ਇੱਕ ਸੰਤ ਰਹਿੰਦਾ ਹੈ ਸਾਡੇ ਨਗਰ ਦੇ ਵਿੱਚ, ਤੈਂ ਦਰ ਮਾਨਵ ਕੀ ਬਹੁ ਪੀਰ, ਅੱਜ ਦੇ ਦਿਨ ਬਹੁਤ ਵੱਡਾ ਮੇਲਾ ਹੁੰਦਾ ਹੈ ਉਹਦੇ ਥਾਂ ਟਿਕਾਣੇ ਤੇ। ਆਜ ਆਨੰਦ ਅਧਿਕ ਤੈਂ ਤਾਮੂ, ਅੱਜ ਉਹਦੇ ਘਰ ਦੇ ਵਿੱਚ ਬੜਾ ਆਨੰਦ ਹੈ, ਬੜੀਆਂ ਖੁਸ਼ੀਆਂ ਹਨ। ਸੋ ਸੁਹਾਗਣ ਜਿਸ ਕੋ ਨਾਮੋ, ਉਹ ਫਕੀਰ ਦਾ ਨਾਮ 100 ਸੁਹਾਗਣ ਹੈ। ਉਹ ਖੁਸ਼ ਹੁੰਦਾ ਜਦੋਂ ਉਹਨੂੰ ਕੋਈ ਜਾ ਕੇ 100 ਸੁਹਾਗਣ ਕਹਿੰਦਾ ਹੈ। ਅਸੀਂ ਸਾਰੇ ਉਹਨੂੰ 100 ਸੁਹਾਗਣ ਹੀ ਕਹਿੰਦੇ ਆ। ਸ਼੍ਰੀ ਨਾਨਕ ਸੁਨ ਕੈ ਮੁਸ਼ਕਾਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੁਣਿਆ ਤੇ ਸਤਿਗੁਰੂ ਜੀ ਮੁਸ਼ਕਰਾਏ। ਇਹ ਦੇਖੋ ਸੰਸਾਰ ਦੀ ਸਥਿਤੀ ਕੀ ਹੈ ਕਿ ਆਮ ਜੀਵ ਤਾਂ ਉਸੇ ਤਰ੍ਹਾਂ ਹੀ ਮੰਨ ਲੈਂਦੇ ਆ ਜਿਵੇਂ ਉਹਨਾਂ ਨੂੰ ਕੋਈ ਕਹਿ ਦੇਵੇ, ਪਰ ਹੁਣ ਮੰਨਣ ਵਾਲਿਆਂ ਦੀ ਤਾਂ ਗਲਤੀ ਨਹੀਂ ਨਾ ਹੈ, ਗਲਤੀ ਤਾਂ ਉਹਨਾਂ ਦੀ ਹੈ ਵੀ ਜਿਹੜੇ ਧੋਖਾ ਕਰਦੇ ਆ। ਮੰਨਣ ਵਾਲਿਆਂ ਦੀ ਕੋਈ ਗਲਤੀ ਨਹੀਂ, ਕਿਉਂਕਿ ਉਹ ਮੰਨਣ ਵਾਲਾ ਤਾਂ ਭਾਵਨਾ ਦੇ ਵਿੱਚ ਮੰਨ ਰਿਹਾ। ਹੁਣ ਗਲਤੀ ਉਹਦੀ ਹੈ ਜਿਹੜਾ ਧੋਖਾ ਕਰ ਰਿਹਾ ਉਹਨਾਂ ਦੇ ਨਾਲ। ਸਤਿਗੁਰੂ ਜੀ ਸੁਣ ਕੇ ਮੁਸਕਰਾਏ ਹਨ। ਕਹੀਂ ਚਲੋ ਦੇਖੇ ਮਰਦਾਨੇ, ਸਤਿਗੁਰੂ ਜੀ ਕਹਿੰਦੇ ਮਰਦਾਨੇ ਆਪਾਂ ਵੀ ਚੱਲੀਏ, ਦੇਖੀਏ ਉਸ 100 ਸੁਹਾਗਣ ਨੂੰ ਮਿਲੀਏ। ਹਮਕੋ ਸੰਗ ਲੀਨ ਜਗ ਸਾਈ, ਭਾਈ ਮਰਦਾਨਾ ਜੀ ਨੇ ਹਾਂ ਕਰਤੀ ਵੀ ਠੀਕ ਹੈ ਪਾਤਸ਼ਾਹ ਚੱਲਦੇ ਆਂ, ਇਹ ਤਾਂ ਤੁਹਾਡੇ ਨਾਲ ਹੀ ਹੈ, ਜੋ ਦਿਖਾਉਨੇ ਹੋ ਤੇ ਦੇਖ ਲੈਨੇ ਆ। ਤੇ ਸਾਨੂੰ ਲੈ ਕੇ ਜਗਤ ਦੇ ਮਾਲਕ ਸਤਿਗੁਰੂ ਜੀ ਪਹੁੰਚਤ ਪਏ ਜਾਏ ਤੈਂ ਥਾਈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਲੈ ਕੇ 100 ਸੁਹਾਗਣ ਦੇ ਡੇਰੇ ਪਹੁੰਚ ਜਾਂਦੇ ਹਨ। ਦੋਹਰਾ ਦਰ ਆਗੇ ਹੋਏ ਠੰਡ ਤਬ ਦੇਖੀ ਪੀਰੇ ਅਪਾਰ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਦੇ ਦਰਵਾਜ਼ੇ ਤੇ ਪਹੁੰਚੇ ਨੇ ਤੇ ਲੋਕਾਂ ਦਾ ਜਿਹੜਾ ਇਕੱਠ ਹੈ, ਉਤਸ਼ਾਹ ਹੈ,
ਉਹ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਹੈ। ਉਹ ਪ੍ਰਕਰਨ ਆਪਾਂ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ। ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ। ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ, ਮਨ ਵਿੱਚ ਵਸਾਈਏ, ਹਿਰਦੇ ਵਿੱਚ ਧਾਰਨ ਕਰੀਏ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਸਾਡਾ ਜੀਵਨ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਹੈ ਅਚੂਤ ਹੈ ਬ੍ਰਹਮ ਅਬਨਾਸੀ ਅੰਗ ਅਗਨਾਸ हे पूरन हे सर्व मैं दुख ਪੰਜਨ ਗੁਣ ਤਾਸ हे संगी हे निरंकार हे निर्गुण सब ਟੇਕ हे गोविंद हे गुण निधान जाके सदा ਬਵੇਕ हे अपरंपर हर हरे ਹੈਪੀ ਹੋਵਨ ਹਾਰ हे संत कै सदा संग ਨਿਧਾਰਾ निधाराया ਆਧਾਰ हे ठाकुर हों दासरो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਰਾ ਕੋਈ ਐ ਪਰੋਏ आए प्रभ शरणागति ਕਿਰਪਾ ਨਿਧ ਦਿਆਲ एक अखर हार मान वस्त ਨਾਨਕ ਹੋਤ ਨਿਆਲ वाहिगुरु नाम जहाज है ਜੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰ ਨਿਆਰ वाहिगुरु नाम जहाज है ਜੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰ ਨਿਆਰ वाहिगुरु जी का खालसा वाहिगुरु जी की फतेह।